ਪਹਿਲਾ ਸਵਾਲ ਹੀ ਹੈਗਾ ਕਿ ਅੱਜ ਦੀ ਜੋ ਸਿਆਸਤ ਹੈ ਉਹਦੇ 'ਚੋਂ ਆਪਣੇ ਆਪ ਨੂੰ ਬਚਾ ਕੇ ਰੱਖਦੇ ਕਿਵੇਂ ਹੋ? ਜ਼ਿਆਦਾਤਰ ਜਿਹੜੀਆਂ ਗਿਰ ਕੇ ਗੱਲਾਂ ਕੀਤੀਆਂ ਗਈਆਂ ਉਹ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀਆਂ ਗਈਆਂ ਸਭ ਤੋਂ ਪਹਿਲਾਂ। ਜੇ ਤੁਹਾਨੂੰ ਮੈਂ ਐਕਸੀਡੈਂਟਲ ਪੋਲੀਟੀਸ਼ੀਅਨ ਕਹਾਂ ਤਾਂ ਠੀਕ ਹੋਏਗਾ, ਕਿਉਂਕਿ ਤੁਸੀਂ ਕਈ ਥਾਵਾਂ ਤੇ ਇਹ ਕਿਹਾ ਕਿ ਮੇਰੀ ਹਸਰਤ ਨਹੀਂ ਸੀਗੀ ਸਿਆਸਤ 'ਚ ਆਉਣ ਦੀ। ਕੋਈ ਪੈਸਾ ਕਮਾਉਣਾ, ਕੋਈ ਲੁੱਟਣਾ ਨਹੀਂ, ਸਿਰਫ ਲੋਕ ਸੇਵਾ ਵਾ। ਇਹਦੇ ਲਈ ਸਭ ਤੋਂ ਜ਼ਰੂਰੀ ਮੇਰਾ ਰੈਪੂਟੇਸ਼ਨ ਆ, ਬਾਕੀ ਗੱਲਾਂ ਸਾਰੀਆਂ ਬਾਅਦ 'ਚ। ਜੋ ਕੁਛ ਮੈਂ ਹਾਂ ਉਹਦੇ ਵਿੱਚ ਮੇਰੇ ਵਿਰੋਧੀਆਂ ਦਾ ਵੱਡਾ ਰੋਲ ਆ। ਉਹ ਜਿਹਾ ਮੁਕਾਮ ਵੀ ਆਏ ਜਿੱਥੇ ਸੋਚਿਆ ਕਿ ਯਾਰ ਆਪਣੇ ਹੀ ਖੱਡੇ ਪੁੱਟਣ ਤੇ ਲੱਗੇ ਹੋਏ, ਟੋਏ ਪੁੱਟਣ ਤੇ ਲੱਗੇ ਹੋਏ, ਤੇ ਮੈਂ ਹੁਣ ਕੀ ਕਰਨਾ। ਕਿ ਅੱਜ ਦੇ ਜਿਹੜੇ ਭਾਸ਼ਣ ਚੱਲਦੇ ਪਏ ਸਿਆਸਤਦਾਨਾਂ ਦੇ, ਉਹ ਅਸੀਂ ਇੱਕ ਟੀਵੀ ਤੇ ਬੈਠ ਕੇ ਘਰਦਿਆਂ ਨਾਲ ਬਹਿ ਕੇ ਸੁਣ ਸਕਦੇ ਹਾਂ। ਬਾਦਲ ਸਾਹਿਬ ਜੱਦੀ ਪੁਸ਼ਤੀ ਜਿਹੜੇ ਸਰਦਾਰ ਨੇ, ਉਹਨਾਂ ਕੋਲ ਜੱਦੀ ਜ਼ਮੀਨਾਂ ਜਾਇਦਾਦਾਂ ਸੀਗੀਆਂ। ਕੋਈ ਰਾਈ ਦਾ ਹੀ ਪਹਾੜ ਬਣਦਾ, ਰਾਈ ਤਾਂ ਹੋਣੀ ਚਾਹੀਦੀ ਹੈ ਨਾ। ਜੋ ਰਾਈ ਵੀ ਹੈ ਨਹੀਂ, ਕੋਈ ਗੱਲ ਹੀ ਹੈ ਨਹੀਂ, ਤਾਂ ਟੌਪਿਕ ਹੀ ਖਤਮ ਆ। ਜੇ ਤੁਹਾਡੇ 'ਚ ਕਿਸੇ ਤਰ੍ਹਾਂ ਦੀ ਵੀ ਕੋਈ ਸੂਈ ਜਿੰਨੀ ਵੀ ਕਮੀ ਆ, ਤਾਂ ਫਿਰ ਤੁਸੀਂ ਸਰਕਾਰ ਨਾਲ ਮੱਥਾ ਨਹੀਂ ਲਾ ਸਕਦੇ। ਕਾਂਗਰਸ ਨੂੰ ਇੱਕੋ ਹੀ ਮੌਕਾ ਸੀਗਾ ਬਾਈ ਇਲੈਕਸ਼ਨ ਜਿੱਤਣ ਦਾ, ਬਸ ਵੋਟਾਂ ਮੰਗਣ ਆਉਂਦੇ ਹਾਂ ਅਸੀਂ। ਅਦਰਵਾਈਜ਼ ਦਾ ਸਮਾਜ ਸੇਵੀ ਆ ਸਾਰੇ, ਟੋਟਲੀ ਸਾਡਾ ਫੈਮਿਲੀ, ਸਾਡੀ ਸੋਚ ਆ ਜਿਹੜੀ। ਅਸੀਂ ਪੋਲੀਟੀਸ਼ੀਅਨ ਨਹੀਂ ਹੈਗੇ। ਕੌਣ ਦੋਸਤ ਆ ਕੌਣ ਦੁਸ਼ਮਣ ਆ, ਰਾਜਨੀਤੀ ਦੇ ਵਿੱਚ ਪਤਾ ਹੀ ਕੋਈ ਨਹੀਂ। ਪਰ ਦੁਸ਼ਮਣੀ ਵੀ ਉਨੀ ਕੀ ਕਰਨੀ ਚਾਹੀਦੀ ਹੈ ਨਾ, ਕਿ ਜਦੋਂ ਬਾਅਦ 'ਚ ਦੋਸਤ ਬਣੋ ਤਾਂ ਕਿਸੇ ਚੀਜ਼ ਦਾ ਗਿਲਾ ਸ਼ਿਕਵਾ ਨਾ ਹੋਵੇ ਤੁਹਾਨੂੰ। ਤੁਹਾਡੀ ਸਪੀਚ ਸੁਣ ਰਿਹਾ ਸੀਗਾ, ਤੁਸੀਂ ਕੈਪਟਨ ਸੰਦੀਪ ਸੰਧੂ ਤੇ ਮੱਕੂ ਸਾਹਿਬ ਨੂੰ ਤੁਸੀਂ ਬਲੈਕਮੇਲਰ ਕਿਹਾ, ਇਹਦੀ ਵਜ੍ਹਾ? ਪਰ ਜਦੋਂ ਗਵਰਨਮੈਂਟ ਬਦਲੀ, ਮੈਂ ਫਿਰ ਉਹਦੀਆਂ ਇੱਕ ਵੀਡੀਓ ਪਾਈ ਸਾਰੀਆਂ ਰਜਿਸਟਰੀਆਂ ਰੱਖ ਕੇ, ਯਾਰ ਦੇਖੋ ਇਹਦੀਆਂ ਰਜਿਸਟਰੀਆਂ ਹੋਈਆਂ ਨੇ, ਕਦੋਂ ਦੀਆਂ ਹੋਈਆਂ ਨੇ। ਮੇਰੇ ਨਾਲ ਉਹਨਾਂ ਦੀ ਇੰਟਰਵਿਊ ਹੋਈ ਸੀਗੀ, ਮੈਂ ਉਹਨਾਂ ਨੂੰ ਸੇਮ ਸਵਾਲ ਕੀਤਾ ਕਿ ਤੁਸੀਂ, ਕਿਉਂਕਿ ਕੈਪਟਨ ਸੰਦੀਪ ਸੰਧੂ ਨੇ ਕਿਹਾ ਸੀਗਾ ਕਿ ਉਹਨਾਂ ਕੋਲ ਪੁੱਛਣਾ ਕਿ ਕਦੀ ਕਿਸੇ ਬੱਚੇ ਨੂੰ ਫ੍ਰੀ ਪੜਾਇਆ, ਤੇ ਉਹਨਾਂ ਨੇ ਕਿਹਾ ਹਾਂ। ਸਾਡੇ ਇਲੈਕਸ਼ਨ ਨਹੀਂ ਹੁੰਦੀ ਪੰਚਾਇਤ ਦੀ 20 ਸਾਲਾਂ ਤੋਂ, ਮੰਨ ਸਕਦੇ ਹੋ? ਅਸੀਂ ਬੈਠ ਕੇ ਫੈਸਲਾ ਕਰ ਲੈਂਦੇ ਹਾਂ। ਪਰ ਸਰ ਤੁਹਾਨੂੰ ਨਹੀਂ ਲੱਗਦਾ, ਤੁਸੀਂ ਕਿਹਾ ਕਿ ਮੈਂ ਇਸ ਪਾਸੇ ਹੋ ਗਿਆ, ਜਿਨ੍ਹਾਂ ਤੇ ਕਾਰਵਾਈ ਹੋਣੀ ਚਾਹੀਦੀ ਸੀ ਉਹ ਕਿਤੇ ਬਖਸ਼ੇ ਤਾਂ ਨਹੀਂ? ਹੁੰਦੀ ਰਹੀ ਆ। ਇਹ ਰਾਹੁਲ ਗਾਂਧੀ ਨੇ ਬਦਨਾਮ ਕੀਤਾ ਪੰਜਾਬ ਨੂੰ। ਰਮਨ ਸੰਧੂ ਲਿਖਦੇ ਨੇ ਕਿ ਮੇਰੇ ਆਪਣੇ ਹੀ ਸਮਝ ਬੈਂਦੇ ਨੇ ਝੱਲਾ ਆਦਮੀ, ਮੈਨੂੰ ਬੜੀ ਨੁਕਸਾਨਦੇਹ ਲੱਗਦੀ ਹੈ ਮੇਰੀ ਸਾਦਗੀ ਮੈਨੂੰ। ਤੁਸੀਂ ਰੋਜ਼ਾਨਾ ਸਪੋਕਸਮੈਨ ਦੇ ਨਾਲ ਜੁੜ ਚੁੱਕੇ ਹੋ। ਮੇਰਾ ਨਾਮ ਹੈ ਲੰਕੇਸ਼ ਤ੍ਰਿਖਾ, ਤੁਹਾਡਾ ਸਾਰਿਆਂ ਦਾ ਇਸਤਕਬਾਲ ਕਰਦਾ ਹਾਂ। ਸਿਆਸਤ ਤੇ ਸੰਸਕਾਰ, ਜੇ ਹੁਣ ਦੀ ਗੱਲ ਕਰਾਂ ਤੇ ਸਿਆਸਤ ਦੇ ਵਿੱਚ ਸੰਸਕਾਰਾਂ ਦੇ ਜੋ ਮਾਇਨੇ ਹੈ ਉਹ ਘਟਦੇ ਹੋਏ ਨਜ਼ਰ ਆ ਰਹੇ ਆ। ਲੇਕਿਨ ਜੋ ਜ਼ਿੰਦਾ ਜ਼ਮੀਰ ਵਾਲੇ ਲੋਕ ਹੁੰਦੇ ਆ, ਜਿਨ੍ਹਾਂ ਦੀ ਅਪਬ੍ਰਿੰਗਿੰਗ ਕਹਿੰਦੇ ਨੇ ਬਹੁਤ ਚੰਗੀ ਹੁੰਦੀ ਹੈ, ਜਿਨ੍ਹਾਂ ਦੀ ਪਰਵਰਿਸ਼ ਦੇ ਵਿੱਚ ਉਹਨਾਂ ਦੀ ਖਾਨਦਾਨੀ ਨਜ਼ਰ ਆਉਂਦੀ ਹੈ, ਉਹ ਲੋਕ ਹਮੇਸ਼ਾ ਸ਼ਾਂਤ ਸੁਭਾਅ ਦੇ ਨਾਲ ਲੋਕਾਂ ਦੇ ਨਾਲ ਵਿਚਰਦੇ ਵੀ ਹੈ, ਲੋਕਾਂ ਦੇ ਨਾਲ ਗੱਲਬਾਤ ਵੀ ਕਰਦੇ ਆ। ਦਾਖਾ ਪਹੁੰਚੇ ਆ, ਮਨਪ੍ਰੀਤ ਇਆਲੀ ਜੀ ਮੇਰੇ ਨਾਲ ਨੇ। ਗੱਲਬਾਤ ਇਸ ਕਰਕੇ ਕਰਨੀ ਜ਼ਰੂਰੀ ਹੈ ਕਿਉਂਕਿ ਜਿਵੇਂ ਮੈਂ ਸ਼ੁਰੂਆਤ 'ਚ ਕਿਹਾ ਕਿ ਸਿਆਸਤ ਦੇ ਵਿੱਚ ਸ਼ਬਦਾਂ ਦੇ ਜੋ ਹਮਲੇ ਹੈ, ਹਮਲੇ ਤਾਂ ਠੀਕ ਹੁੰਦੇ ਆ, ਲੇਕਿਨ ਸ਼ਬਦਾਂ ਦੇ ਜੋ ਮਿਆਰ ਨੇ ਉਹ ਡਿੱਗਦੇ ਜਾ ਰਹੇ ਆ। ਉਸ ਮੌਕੇ ਤੇ ਇਹੋ ਜਿਹੀ ਹਸਤੀ ਦੇ ਨਾਲ ਗੱਲ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਤੇ ਲਾਜ਼ਮੀ ਹੋ ਜਾਂਦਾ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਰੋਜ਼ਾਨਾ ਸਪੋਕਸਮੈਨ ਤੇ। ਧੰਨਵਾਦ ਜੀ, ਥੈਂਕ ਯੂ। ਜਿਸ ਜਗ੍ਹਾ ਤੋਂ ਅਸੀਂ ਉੱਪਰ ਚੜ੍ਹ ਕੇ ਆਏ ਹਾਂ, ਪੌੜੀਆਂ ਬਹੁਤ ਨੀਵੀਆਂ ਸੀਗੀਆਂ। ਕਈ ਵਾਰੀ ਮੈਂ ਵੀ ਜਦੋਂ ਉੱਪਰ ਚੜ੍ਹ ਰਿਹਾ ਸੀਗਾ, ਮੈਨੂੰ ਡਰ ਸੀਗਾ ਮੇਰਾ ਸਿਰ ਨਾ ਭੱਜ ਜੇ। ਸਿਆਸਤ ਵੀ ਇਹੋ ਜਿਹੀ ਹੋ ਗਈ ਹੈ। ਪਹਿਲਾ ਸਵਾਲ ਹੀ ਹੈਗਾ ਕਿ ਅੱਜ ਦੀ ਜੋ ਸਿਆਸਤ ਹੈ ਉਹਦੇ 'ਚੋਂ ਆਪਣੇ ਆਪ ਨੂੰ ਬਚਾ ਕੇ ਰੱਖਦੇ ਕਿਵੇਂ ਹੋ? ਦੇਖੋ, ਬਹੁਤ ਧਿਆਨ ਰੱਖਣਾ ਪੈਂਦਾ ਸਾਰੇ ਪਾਸਿਓਂ। ਆਪਣਾ ਆਲਾ ਦੁਆਲਾ, ਥੱਲੇ ਪੈਰਾਂ 'ਚ ਵੀ ਕਿਤੇ ਚਿੱਕੜ, ਕਿਤੇ ਗੋਹਾ, ਕਿਤੇ ਉੱਪਰ ਗਲੀ ਨਾਲੀ, ਛੱਤ ਨੀਵੀਂ ਤਾਂ ਨਹੀਂ ਕਿਤੇ ਵੀ। ਹਰ ਚੀਜ਼ ਨੂੰ ਬਚਾ ਕੇ ਰੱਖਣਾ ਪੈਂਦਾ। ਸੋ ਲੇਕਿਨ ਕੁਦਰਤੀ ਆ ਵੀ ਜਦੋਂ ਤੁਸੀਂ ਕੋਸ਼ਿਸ਼ ਰੱਖਦੇ ਹੋ ਵੀ ਤੁਸੀਂ, ਤੁਹਾਡੇ 'ਚ ਕੋਈ ਕਮੀ ਨਹੀਂ ਹੈਗੀ, ਤਾਂ ਫਿਰ ਦਿੱਕਤ ਨਹੀਂ ਆਉਂਦੀ ਜ਼ਿਆਦਾ। ਜਿੱਦਾਂ ਦੀ ਤੁਹਾਡੀ ਸੋਚ ਆ, ਫਿਰ ਆਲਾ ਦੁਆਲਾ ਵੀ ਤੁਹਾਡਾ ਉੱਦਾਂ ਦਾ ਹੀ ਹੋ ਜਾਂਦਾ। ਮੈਨੂੰ ਕਾਫੀ ਟਾਈਮ ਹੋ ਗਿਆ ਪੋਲੀਟਿਕਸ ਦੇ ਵਿੱਚ। ਜਦੋਂ ਮੈਂ ਆਇਆ ਸੀ ਉਦੋਂ ਜੋ ਇੱਥੇ ਪਹਿਲਾਂ ਲੋਕ ਕੰਮ ਕਰਦੇ ਸੀ, ਪਾਰਟੀ 'ਚ ਵਰਕਰ ਕੰਮ ਕਰਦੇ ਸੀ, ਹੌਲੀ ਹੌਲੀ ਫਿਰ ਕੀ ਹੁੰਦਾ ਵੀ ਜਿਹੜੇ ਤੁਹਾਡੇ ਲੀਡਰ ਜਿੱਦਾਂ ਦਾ ਹੁੰਦਾ ਉੱਦਾਂ ਦੇ ਬੰਦੇ ਨਾਲ ਰਹਿ ਜਾਂਦੇ ਨੇ, ਜਿਹੜੇ ਉਹ ਸੋਚ ਨਹੀਂ ਮਿਲਦੀ ਹੌਲੀ ਪਿੱਛੇ ਹਟ ਜਾਂਦੇ ਨੇ ਸਾਰੇ। ਸੋ ਅੱਜ ਬਹੁਤ ਵਧੀਆ ਟੀਮ ਸਾਡੇ ਕੋਲ ਹਲਕੇ ਦੇ ਵਿੱਚ ਆ, ਬਹੁਤ ਵਧੀਆ ਇਨਸਾਨ, ਵਧੀਆ ਬੰਦੇ ਕੰਮ ਕਰ ਰਹੇ ਆ, ਜਿਨ੍ਹਾਂ ਦਾ ਮਕਸਦ ਕੋਈ ਪੈਸਾ ਕਮਾਉਣਾ, ਕੋਈ ਲੁੱਟਣਾ ਨਹੀਂ, ਸਿਰਫ ਲੋਕ ਸੇਵਾ ਵਾ। ਅੱਜ ਮੇਰੇ ਕੋਲ ਟੀਮ ਆ ਤੇ ਇਸੇ ਟੀਮ ਨੇ ਸਾਡੀ ਨੇ ਬਹੁਤ ਵੱਡੀ ਲੜਾਈ ਸਰਕਾਰ ਦੇ ਵਿਰੁੱਧ ਲੜੀ ਜਿਮਨੀ ਚੋਣ ਦੇ ਵਿੱਚ, ਅਤੇ ਜਿੱਤ ਹਾਸਲ ਹੋਈ। ਬਹੁਤ ਵੱਡਾ ਇੱਕ ਇਤਿਹਾਸਿਕ ਫੈਸਲਾ ਸੀ ਹਲਕੇ ਦੇ ਲੋਕਾਂ ਦਾ, ਲੇਕਿਨ ਉਹਦੇ ਵਿੱਚ ਲੋਕਾਂ ਦਾ ਤੇ ਵਰਕਰਾਂ ਦਾ ਵੱਡਾ ਯੋਗਦਾਨ ਸੀ ਵੀ ਕਿਸੇ ਪਾਸੇ ਕੋਈ ਕਮੀ ਨਹੀਂ ਸੀਗੀ। ਕਿਉਂਕਿ ਜਦੋਂ ਤੁਸੀਂ ਸਰਕਾਰਾਂ ਦੇ ਵਿਰੁੱਧ ਲੜਨਾ, ਜੇ ਤੁਹਾਡੇ 'ਚ ਕਮੀ ਆ, ਫਿਰ ਤੁਸੀਂ ਲੜਾਈਆਂ ਲੜ ਨਹੀਂ ਸਕਦੇ। ਫਿਰ ਸਰਕਾਰਾਂ ਤੁਹਾਨੂੰ ਜਦ ਐਕਸਪੋਜ਼ ਕਰ ਦੇਣਗੀਆਂ ਵੀ ਜੇ ਤੁਹਾਡੇ 'ਚ ਕਿਸੇ ਤਰ੍ਹਾਂ ਦੀ ਵੀ ਕੋਈ ਸੂਈ ਜਿੰਨੀ ਵੀ ਕਮੀ ਆ, ਤਾਂ ਫਿਰ ਤੁਸੀਂ ਸਰਕਾਰ ਨਾਲ ਮੱਥਾ ਨਹੀਂ ਲਾ ਸਕਦੇ। ਸੋ ਅਸੀਂ ਮੱਥਾ ਵੀ ਲਾਇਆ ਤੇ ਡਟ ਕੇ, ਕੋਈ ਪ੍ਰਵਾਹ ਨਹੀਂ ਕੀਤੀ, ਨਾ ਡਰੇ ਆ ਤੇ ਨਾ ਕੋਈ ਲਾਲਚ ਆ, ਨਾ ਆਪਾਂ ਨੂੰ ਡਰ ਆ ਕੋਈ। ਕਿਉਂਕਿ ਡਰ ਤਾਂ ਉਹਨੂੰ ਹੋਵੇ ਜਿਹਦੇ 'ਚ ਕੋਈ ਕਮੀ ਹੋਵੇ। ਸੋ ਇਸ ਲਈ ਬਹੁਤ ਵਧੀਆ ਸਾਡੀ ਟੀਮ ਆ, ਬਹੁਤ ਵਧੀਆ ਬੰਦੇ ਨੇ ਸਾਡੇ ਨਾਲ ਕੰਮ ਕਰ ਰਹੇ।
ਤੇ ਸਾਡਾ ਏਜੰਡਾ ਸਿਰਫ ਤੇ ਸਿਰਫ ਇਲਾਕੇ ਦੀ ਤਰੱਕੀ, ਲੋਕਾਂ ਦਾ ਭਲਾ। ਤੁਸੀਂ ਕਮਜ਼ੋਰੀ ਦੀ ਗੱਲ ਕੀਤੀ, ਤੁਸੀਂ ਕਿਹਾ ਕਿ ਸਰਕਾਰਾਂ ਨੂੰ ਜੇ ਕਮਜ਼ੋਰੀ ਮਿਲ ਜਾਏ ਤੇ ਉਹ ਬਾਂਹ ਵੀ ਮਰੋੜ ਦਿੰਦੀਆਂ ਨੇ, ਆਪਣੇ ਤਰੀਕੇ ਦੇ ਨਾਲ ਆਪਣੇ ਹਿਸਾਬ ਨਾਲ ਚਲਾਉਣੀਆਂ ਸ਼ੁਰੂ ਕਰ ਦਿੰਦੀਆਂ। ਪਰ ਬੰਦਾ ਜਦੋਂ ਇਕਾਂਤ 'ਚ ਬੈਠਾ ਹੁੰਦਾ ਹੈ, ਆਪਣੇ ਆਪ ਨਾਲ ਕਿਤੇ ਗੱਲ ਕਰ ਰਿਹਾ ਹੁੰਦਾ, ਉਹਨੂੰ ਆਪਣੀਆਂ ਕਮਜ਼ੋਰੀਆਂ ਬਾਰੇ ਪਤਾ ਹੁੰਦਾ ਹੈ। ਤੁਹਾਡੇ 'ਚ ਤੁਹਾਨੂੰ ਕੋਈ ਕਮਜ਼ੋਰੀ ਨਜ਼ਰ ਆਉਂਦੀ ਹੈ ਕਿ ਮੇਰੇ 'ਚ ਇਹ ਚੀਜ਼ ਹੈਗੀ ਜਿਹੜੀ ਮੈਨੂੰ ਹਾਲੇ ਵੀ ਇਹਨੂੰ ਚੇਂਜ ਕਰਨਾ ਪਏਗਾ, ਟਰਾਂਸਫੋਰਮੇਸ਼ਨ ਜ਼ਰੂਰੀ ਹੈ? ਤੇ ਦੇਖੋ, ਇੱਕ ਤਾਂ ਜਿਹੜੀ ਆਪਾਂ ਕਹਿ ਲਈਏ ਵੀ ਇਮਾਨਦਾਰੀ 'ਚ ਕੋਈ ਕਮੀ ਨਹੀਂ, ਮਿਹਨਤ 'ਚ ਕੋਈ ਕਮੀ ਨਹੀਂ, ਕੋਈ ਗਲਤ ਕੰਮ ਨਹੀਂ, ਕੋਈ ਨਜਾਇਜ਼ ਪੈਸਾ ਨਹੀਂ, ਕੋਈ ਕਰਪਸ਼ਨ ਨਹੀਂ, ਕੋਈ ਫਿਊਚਰ ਸਰਕਾਰਾਂ ਤੋਂ ਫਾਇਦਾ ਲੈਣ ਦਾ ਏਜੰਡਾ ਨਹੀਂ। 10 ਸਾਲ ਸਰਕਾਰ ਰਹੀ, ਕੋਈ 1 ਰੁਪਏ ਦਾ ਕੋਈ ਨਾ ਫਾਇਦਾ ਲਿਆ, ਕੋਈ ਐਬ ਨਹੀਂ, ਕੋਈ ਨਸ਼ਾ ਨਹੀਂ, ਕੋਈ ਕਮਜ਼ੋਰੀ ਨਹੀਂ। ਜਦੋਂ ਤੁਹਾਡੇ 'ਚ ਜੇ ਹੁਣ ਦੇਖੋ, ਅਸੀਂ ਕਿਹੜਾ ਇਕੱਲੇ ਰਹਿੰਦੇ ਹਾਂ, ਮੇਰੇ ਨਾਲ ਇੱਕ ਡਰਾਈਵਰ, ਮੇਰਾ ਪੀਏ, ਇੱਕ ਗੱਡੀ ਅੱਗੇ, ਉਹ 'ਚ 5-10 ਬੰਦੇ। ਜੇ ਤੁਹਾਡੇ 'ਚ ਕਮੀ ਹੋਵੇ ਨਾ, ਤੁਹਾਡੇ ਨੇੜੇ ਵਾਲੇ 'ਚ ਕਿਤੇ ਨਾ ਕਿਤੇ ਤੁਹਾਨੂੰ ਹੁੰਦਾ ਵੀ ਯਾਰ ਇਸ ਬੰਦੇ ਕੋਲ ਮੇਰੀ ਕੋਈ ਵੀਕਨੈਸ ਹੈਗੀ ਆ ਨਾ, ਉਹ ਤਾਂ ਹੈ ਹੀ ਨਹੀਂ, ਫਿਰ ਪਰਵਾਹ ਕਾਹਦੀ ਆ। ਠੀਕ ਨਹੀਂ ਗੱਲ? ਸੋ ਕੋਸ਼ਿਸ਼ ਕੀਤੀ ਆਪਣੀ ਜ਼ਿੰਦਗੀ ਦੇ ਵਿੱਚ, ਮੈਂ ਸਕੂਲ ਤੋਂ ਲੈ ਕੇ ਕਾਲਜ ਤੋਂ ਲੈ ਕੇ ਹੁਣ ਤੱਕ ਵੀ ਕਦੇ ਵੀ ਮੈਂ, ਮੇਰੇ ਟੀਚਰ ਸੀਗੇ, ਉਸ ਤੋਂ ਬਾਅਦ ਸਾਡੇ ਪ੍ਰੋਫੈਸਰ ਸੀਗੇ, ਵੀ ਕਦੇ ਵੀ ਮੈਂ ਕੁਛ ਕਹਾਇਆ ਨਹੀਂ, ਮੌਕਾ ਹੀ ਨਹੀਂ ਦਿੱਤਾ। ਕੋਸ਼ਿਸ਼ ਪੇਰੈਂਟਸ ਤੋਂ ਵੀ ਕੀਤੀ ਆ, ਵੀ ਮੇਰੇ ਪੇਰੈਂਟਸ ਨੇ ਵੀ ਨਹੀਂ ਕਦੇ ਮੈਨੂੰ ਕੁਛ ਕਹਿਣ ਦੀ ਮੈਨੂੰ ਮੌਕਾ ਮਿਲਿਆ ਕਦੇ, ਕਿਉਂਕਿ ਮੈਂ 6ਵੀਂ 7ਵੀਂ ਕਲਾਸ ਤੋਂ ਘਰ ਦੀ ਸਾਰੀ ਰਿਸਪੌਂਸਿਬਿਲਿਟੀ, ਘਰ ਦਾ ਜਿਹੜੀ ਇੱਕ ਲਾਣੇਦਾਰੀ ਹੁੰਦੀ ਆ, ਉਹ ਮੇਰੇ ਕੋਲ ਆ 7ਵੀਂ ਕਲਾਸ ਤੋਂ। ਤੇ ਉਹ ਸਾਰੀਆਂ ਜ਼ਿੰਮੇਵਾਰੀਆਂ ਘਰ ਦੇ ਵਿੱਚ ਆਪਣੀਆਂ, ਮੇਰੇ ਅਸੀਂ 6 ਭੈਣ ਭਰਾ, ਉਹਨਾਂ ਨੂੰ ਪੜ੍ਹਾਉਣਾ ਲਿਖਾਉਣਾ, ਭੈਣਾਂ ਨੂੰ ਪੜ੍ਹਾਉਣਾ, ਉਹਨਾਂ ਨੂੰ ਲੈ ਕੇ ਜਾਣਾ, ਲੈ ਕੇ ਆਉਣਾ, ਟਿਊਸ਼ਨਾਂ ਪੜ੍ਹਾਉਣੀਆਂ, ਸਾਰੀਆਂ ਰਿਸਪੌਂਸਿਬਿਲਿਟੀਜ਼, ਖੇਤੀ ਆਪ ਕਰਦੇ ਰਹੇ ਆ, ਘਰ ਦੀ ਸਾਰੀਆਂ ਜ਼ਿੰਮੇਵਾਰੀਆਂ। ਸੋ ਜਦੋਂ ਤੁਹਾਨੂੰ ਛੋਟੀ ਉਮਰ 'ਚ ਕੋਈ ਜ਼ਿੰਮੇਵਾਰੀਆਂ ਮਿਲਦੀਆਂ, ਫਿਰ ਤੁਹਾਨੂੰ ਉਹਦੇ ਨਾਲ ਤੁਹਾਡੀ ਕਈ ਵਾਰ ਤੁਸੀਂ ਥੋੜ੍ਹੀ ਮੋਟੀ ਗਲਤੀ ਵੀ ਹੁੰਦੀ ਹੈ, ਪਰ ਤੁਹਾਨੂੰ ਪਤਾ ਲੱਗ ਜਾਂਦਾ, ਫਿਰ ਉਹਨਾਂ ਬੰਦਾ ਜ਼ਿੰਮੇਵਾਰ ਹੋ ਜਾਂਦਾ। ਸੋ ਇਸ ਲਈ ਕੋਸ਼ਿਸ਼ ਕੀਤੀ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਕਿਸੇ ਨੂੰ ਕੋਈ ਗੱਲ ਕਹਿਣ ਦਾ ਮੌਕਾ ਹੀ ਨਾ ਮਿਲੇ। ਜੇ ਤੁਹਾਨੂੰ ਮੈਂ ਐਕਸੀਡੈਂਟਲ ਪੋਲੀਟੀਸ਼ੀਅਨ ਕਹਾਂ ਤਾਂ ਠੀਕ ਹੋਏਗਾ, ਕਿਉਂਕਿ ਤੁਸੀਂ ਕਈ ਥਾਵਾਂ 'ਤੇ ਇਹ ਕਿਹਾ ਕਿ ਮੇਰੀ ਹਸਰਤ ਨਹੀਂ ਸੀਗੀ ਸਿਆਸਤ 'ਚ ਆਉਣ ਦੀ। ਹਾਂ, ਅਸਲ ਨਾਲ ਮੇਰੇ ਫਾਦਰ ਵੀ ਮੈਨੂੰ ਕਹਿੰਦੇ ਹੁੰਦੇ ਸੀ ਪਹਿਲੋਂ, ਵੀ ਯਾਰ ਤੁਸੀਂ ਨਾ ਇਸ ਕੰਮ 'ਚ ਨਾ ਆਇਓ, ਵੀ ਤੁਹਾਡੇ ਤਾਂ ਬੜੀ ਬਖਸ਼ਿਸ਼ ਆ ਪਰਮਾਤਮਾ ਦੀ। ਸਾਡੇ ਕੋਲ ਚੰਗੀ ਜ਼ਮੀਨ ਜ਼ਿਆਦਾ ਸੀ, ਉਹ ਜ਼ਮੀਨ ਲੁਧਿਆਣੇ ਸ਼ਹਿਰ ਦੇ ਵਿੱਚ ਆ ਗਈ ਸਾਰੀ, ਉਹਦੀ ਕੀਮਤ ਹੀ ਹੈ ਨਹੀਂ ਕੋਈ। ਫਿਰ ਅਸੀਂ ਉਸੇ ਲਾਈਨ 'ਚ ਐਜ਼ ਏ ਬਿਜ਼ਨਸਮੈਨ ਆ ਗਏ ਕਿ ਸਾਡੇ ਪਹਿਲਾਂ ਕੋਲੋਨਾਈਜ਼ਰਾਂ ਨੇ ਲੋਕਾਂ ਨਾਲ ਜਿਵੇਂ ਜ਼ਮੀਨਾਂ ਲੈ ਕੇ ਖਰਾਬ ਕਰਦੇ ਸੀ, ਤਾਂ ਮੈਂ ਉੱਥੇ ਹੀ ਬਿਜ਼ਨਸਮੈਨ ਬਣ ਗਿਆ। ਉਹਦੇ ਵਿੱਚ ਵੀ ਪੂਰੀ ਪਾਰਦਰਸ਼ਤਾ, ਕੋਈ ਕਿਸੇ ਨੂੰ ਖਰਾਬ ਨਹੀਂ, ਕਿਸੇ ਨਾਲ ਕੋਈ ਧੋਖਾ ਨਹੀਂ, ਵੀ ਕਲੀਨ ਬਿਲਕੁਲ ਕੰਮ। ਮੈਂ ਸਾਰਾ ਧਿਆਨ ਹੀ ਆਪਣੀ ਇਮੇਜ 'ਤੇ ਦਿੱਤਾ ਅਤੇ ਰੈਪੂਟੇਸ਼ਨ 'ਤੇ। ਮੇਰੇ ਲਈ ਸਭ ਤੋਂ ਜ਼ਰੂਰੀ ਮੇਰਾ ਰੈਪੂਟੇਸ਼ਨ ਆ, ਬਾਕੀ ਗੱਲਾਂ ਸਾਰੀਆਂ ਬਾਅਦ 'ਚ ਆ। ਜਿੰਨਾ ਮਰਜ਼ੀ ਨੁਕਸਾਨ ਹੋ ਜਾਵੇ, ਫਾਈਨੈਂਸ਼ੀਅਲੀ ਫਾਇਦਾ ਹੋ ਜਾਵੇ, ਜਵਾਨ ਹੋ ਗਈ, ਕਮਿਟਮੈਂਟ ਹੋ ਗਈ, ਉਹਦੇ ਵਿੱਚ ਕਦੇ ਵੀ ਅਸੀਂ ਕੰਪਰੋਮਾਈਜ਼ ਨਹੀਂ ਕੀਤਾ। ਤੁਹਾਨੂੰ ਕਦੇ ਗੁੱਸਾ ਨਹੀਂ ਆਉਂਦਾ? ਨਹੀਂ, ਗੁੱਸਾ ਤਾਂ ਆਉਂਦਾ ਵਾ, ਇਹ ਨਹੀਂ ਗੱਲ, ਗੁੱਸਾ ਜ਼ਰੂਰ ਆਉਂਦਾ ਮੈਨੂੰ। ਜ਼ਾਹਰ ਕਿਵੇਂ ਕਰਦੇ? ਜ਼ਾਹਰ ਕਰਨ ਦੇ ਵੀ ਅਲੱਗ-ਅਲੱਗ ਤਰੀਕੇ ਹੁੰਦੇ ਨੇ। ਗੁੱਸਾ ਜਿਹੜਾ ਆਉਂਦਾ ਨਾ, ਜਦੋਂ ਕੋਈ ਬੰਦਾ ਤੁਹਾਨੂੰ ਧੋਖਾ ਦਿੰਦਾ ਵਾ, ਜਦੋਂ ਕੋਈ ਬੰਦਾ ਤੁਹਾਡੇ ਨਾਲ ਚੁਸਤੀ ਕਰਦਾ ਵਾ। ਮੈਂ ਕਿਸੇ ਨਾਲ ਚੁਸਤੀ ਨਹੀਂ ਕਰਦਾ, ਮੈਂ ਬੜਾ ਕਲੀਨ ਹਾਰਟਡ ਆ, ਮੇਰੇ ਮਨ 'ਚ ਹੈ ਹੀ ਕੋਈ ਨਹੀਂ। ਤੁਹਾਨੂੰ ਪਤਾ ਮੇਰਾ ਕਿਸੇ ਨਾਲ ਗੁੱਸਾ ਨਹੀਂ। ਮੈਨੂੰ ਕੋਈ ਗੱਲ ਕਹਿ ਦੇ, ਮੈਂ ਅੱਗੋਂ ਗੱਲ ਕਹਿ ਦੂੰਗਾ, ਲੇਕਿਨ ਮਨ 'ਚ ਮੇਰੇ ਕੋਈ ਗੁੱਸਾ ਨਹੀਂ ਕਿਸੇ ਪ੍ਰਤੀ। ਮੇਰਾ ਕੋਈ ਦੁਸ਼ਮਣ ਨਹੀਂ, ਮੇਰਾ ਕੋਈ ਵਿਰੋਧੀ ਨਹੀਂ, ਮੈਂ ਕਿਸੇ ਦਾ ਮਾੜਾ ਸੋਚਦਾ ਵੀ ਨਹੀਂ, ਕਰਨਾ ਦੂਰ ਦੀ ਗੱਲ। ਪਰ ਗੁੱਸਾ ਜ਼ਾਹਰ ਕਰਨ ਦਾ ਇੱਕ ਤਰੀਕਾ ਹੁੰਦਾ ਨਾ, ਜਿਵੇਂ ਤੁਸੀਂ ਕਹਿੰਦੇ ਹੋ ਕੋਈ ਧੋਖਾ ਦੇ ਜਾਵੇ, ਜਿਹੜੇ ਲੋਕ ਤੁਹਾਨੂੰ ਧੋਖਾ ਦੇ ਕੇ ਚਲੇ ਗਏ ਜਾਂ ਤੁਹਾਡੇ ਤੋਂ ਦੂਰ ਹੋ ਗਏ, ਉਹਨਾਂ ਨੂੰ ਜ਼ਾਹਰ ਕਿਸ ਤਰੀਕੇ ਨਾਲ ਪਹਿਲਾਂ ਸੀਗਾ, ਲੇਕਿਨ ਨਾ ਸਮੇਂ ਨਾਲ ਬਹੁਤ ਕੁਝ ਸਿੱਖਦੇ ਆ। ਤੁਸੀਂ ਕੋਸ਼ਿਸ਼ ਕੀਤੀ ਆ, ਪਰਫੈਕਟ ਬੰਦਾ ਕਦੇ ਵੀ ਨਹੀਂ ਬਣ ਸਕਦਾ, ਪਰ ਸਿੱਖਦਾ ਸਾਰੀ ਉਮਰ ਰਹਿੰਦਾ ਵਾ। ਮੈਂ ਹੁਣ ਕੋਸ਼ਿਸ਼ ਕਰਦਾ ਰਹਿਣਾ ਵੀ ਕੋਈ ਗੱਲ ਨਹੀਂ, ਜੇ ਕਿਸੇ ਨੇ ਕਰ ਵੀ ਲਿਆ ਯਾਰ, ਉਹਦੀ ਸੋਚ ਆ। ਪਹਿਲਾਂ ਕਿਸੇ ਦਾ ਇੱਕ ਅੱਧਾ ਨੁਕਸਾਨ ਕਰਨ ਦੀ ਕੋਸ਼ਿਸ਼ ਵੀ ਕੀਤੀ ਆ, ਲੇਕਿਨ ਬਾਅਦ 'ਚ ਵੀ ਨਹੀਂ ਕਰਨਾ ਚਾਹੀਦਾ ਸੀ, ਕਦੇ ਸੋਚਣਾ ਵੀ ਨਹੀਂ ਚਾਹੀਦਾ ਸੀ। ਥੋੜਾ ਦੱਸੋਗੇ ਵਿਸਤਾਰ 'ਚ ਕਿਸ ਤਰ੍ਹਾਂ? ਚਲੋ ਛੱਡੋ, ਕੋਈ ਹੁੰਦੇ ਆ ਕਿ ਵਾਰ ਬੰਦੇ ਵੀ ਚਲੋ ਮਨ 'ਚ ਆਉਂਦੀ ਸੀ ਗੱਲ, ਕਿਤੇ ਕੋਈ ਹੋਇਆ ਵੀ ਚਲੋ ਗੁੱਸਾ ਵੀ ਸੀਗਾ, ਤੇ ਬਾਅਦ 'ਚ ਮੈਂ ਉਹ ਹੁਣ ਛੱਡ ਹੀ ਦਿੱਤਾ ਵੀ ਕਿਸੇ ਨਾਲ ਕਿਸੇ ਦਾ ਮਾੜਾ ਸੋਚੋ ਹੀ ਨਾ। ਜਿਹੜੇ ਅਸਲ ਪਤਾ ਕੀ ਹੋਇਆ, ਬਾਅਦ 'ਚ ਪਤਾ ਲੱਗਿਆ ਵੀ ਯਾਰ ਇਹ ਤਾਂ ਜਿਹੜੇ ਕਰਕੇ ਗਏ ਵੀ ਤੁਹਾਡਾ ਫਾਇਦਾ ਹੀ। ਮੈਂ ਇੱਥੇ ਤੱਕ ਪਹੁੰਚਿਆ, ਮੇਰੇ ਦੁਸ਼ਮਣਾਂ ਦਾ ਬੜਾ ਵੱਡਾ ਰੋਲ ਆ। ਜੋ ਕੁਛ ਮੈਂ ਹਾਂ, ਉਹਦੇ ਵਿੱਚ ਮੇਰੇ ਵਿਰੋਧੀਆਂ ਦਾ ਵੱਡਾ ਰੋਲ ਆ। ਕਿਉਂਕਿ ਜਦੋਂ ਕੋਈ ਬੰਦਾ ਕਹਿੰਦਾ ਨਾ ਵੀ ਮੈਨੂੰ ਕੋਈ ਕਵੇ ਨਾ ਗੱਲ, ਤੇ ਜੇ ਕਹਿੰਦਾ ਤਾਂ ਫਿਰ ਬੰਦਾ ਕਹਿੰਦਾ ਯਾਰ ਇਹ ਕਿਉਂ ਕਹਿੰਦੇ ਆ, ਵੀ ਉੱਥੇ ਕਿਤੇ ਕਮੀ ਹੈ, ਕੋਈ ਆਲੇ ਦੁਆਲੇ ਤਾਂ ਨਹੀਂ ਕਮੀ ਕਿਤੇ। ਸੋ ਪਰਫੈਕਟ ਰਹਿਣ ਦੀ ਕੋਸ਼ਿਸ਼ ਕਰਦੇ ਆ, ਵੀ ਮੌਕਾ ਹੀ ਨਾ ਮਿਲੇ ਕਿਸੇ ਨੂੰ ਕੋਈ। ਸੋ ਇਹ ਜੇ ਇੰਨਾ ਮੈਨੂੰ ਜਿਹੜਾ ਪਰਫੈਕਟ ਬਣਾਉਣ ਦੇ ਵਿੱਚ ਜੋ ਮੈਂ ਕਾਮਯਾਬ ਹੋਇਆ, ਮੈਂ ਇੱਥੇ ਤੱਕ ਪਹੁੰਚਿਆ, ਕਾਰੋਬਾਰ ਦੇ ਵਿੱਚ, ਬਿਜ਼ਨਸ ਦੇ ਵਿੱਚ, ਰਾਜਨੀਤੀ ਦੇ ਵਿੱਚ, ਕਿਤੇ ਨਾ ਕਿਤੇ ਉਹ 'ਚ ਵਿਰੋਧੀਆਂ ਦਾ ਵੱਡਾ ਰੋਲ ਆ। ਚੈਲੰਜ ਕਰਦੇ ਰਹੇ ਆ ਤੁਹਾਨੂੰ, ਹੈ ਨਾ, ਕਿਤੇ ਨਾ ਕਿਤੇ ਤੁਹਾਡੇ 'ਤੇ ਝੂਠੇ ਦੋਸ਼ ਲਾਉਂਦੇ ਰਹੇ ਨੇ, ਫਿਰ ਤੁਸੀਂ ਹੋਰ ਉਹਦੇ ਵਿੱਚ ਵਧੀਆ ਢੰਗ ਨਾਲ ਕੰਮ ਕਰਦੇ ਹੋ,
ਯਾਰ ਕੋਈ ਗੱਲ ਪੁਆਇੰਟ ਮਿਲੇ ਹੀ ਨਾ ਕਿਸੇ ਨੂੰ, ਕੋਈ ਕਮੀ ਰਵੇ ਹੀ ਨਾ। ਪਾਰਟੀ ਦੇ ਅੰਦਰ ਵੀ ਰਹੇ ਨੇ ਜਾਂ ਪਾਰਟੀ ਦੇ ਬਾਹਰ ਤੋਂ ਚਲੋ ਸਮਝ ਆਉਂਦੀ, ਪਾਰਟੀ ਦੇ ਅੰਦਰ ਵੀ ਰਹੇ ਇਹੋ ਜਿਹੇ ਵਿਰੋਧੀ? ਹਾਂ ਪਾਰਟੀਆਂ 'ਚ ਦੇਖੋ, ਪਾਰਟੀਆਂ 'ਚ ਤਾਂ ਹੁੰਦੇ ਹੀ ਨੇ। ਤੁਹਾਡੀ ਜਿਹੜੀ ਲੜਾਈ ਆ ਉਹ ਜ਼ਿਆਦਾ ਟਾਈਮ ਪਾਰਟੀ ਦੇ ਵਿੱਚ ਹੀ ਹੁੰਦੀ ਆ, ਵੀ ਇਹ ਅੱਗੇ ਨਾ ਵੱਧ ਜਾਵੇ, ਉਹ ਨਾ ਵੱਧ ਜਾਵੇ। ਪਹਿਲਾਂ ਉਹ ਵੀ ਗੁੱਸਾ ਹੋ ਜਾਂਦਾ ਸੀ ਕਈ ਵਾਰ, ਹੁਣ ਮੈਂ ਉਹ ਵੀ ਕਰਨਾ ਛੱਡਤਾ ਵੀ ਨਹੀਂ ਯਾਰ ਕੋਈ ਨਹੀਂ, ਇਹ ਕੁਦਰਤੀ ਗੱਲਾਂ ਨੇ। ਹਰ ਬੰਦਾ ਇੱਕ ਦੂਜੇ ਨੂੰ ਹੁੰਦਾ ਹੀ ਆ ਵੀ ਅੱਗੇ ਕਿਉਂ ਵੱਧ ਰਿਹਾ, ਇੱਕ ਇਹ ਬੰਦੇ ਦੀ ਸੋਚ ਹੀ ਆ। ਤੇ ਜਿਹੜਾ ਅੰਦਰ ਵਾਲਾ ਹੁੰਦਾ ਕਈ ਵਾਰੀ ਐਂ ਲੱਗਦਾ ਕਿ ਚਲ ਛੱਡੋ ਯਾਰ, ਐ ਨਹੀਂ ਤੋਂ ਜਾਣਾ ਹੀ ਨਹੀਂ ਸਿਆਸਤ 'ਚ, ਅੱਗੇ ਵਧਣਾ ਨਹੀਂ। ਕਈ ਇਹੋ ਜਿਹਾ ਮੁਕਾਮ ਵੀ ਆਏ ਜਿੱਥੇ ਸੋਚਿਆ ਕਿ ਯਾਰ ਆਪਣੇ ਹੀ ਖੱਡੇ ਪੁੱਟਣ ਤੇ ਲੱਗੇ ਹੋਏ, ਟੋਏ ਪੁੱਟਣ ਤੇ ਲੱਗੇ ਹੋਏ, ਤੇ ਮੈਂ ਕੀ ਕਰਨਾ ਹੁੰਦਾ ਵਾ। ਉਹ ਦੇਖੋ ਤੁਸੀਂ ਜਦੋਂ ਅੱਗੇ ਵਧੋਗੇ ਇਸ ਰਾਜਨੀਤੀ ਦੇ ਵਿੱਚ, ਵੈਸੇ ਮੇਰੇ ਫਾਦਰ ਮੈਨੂੰ ਕਹਿੰਦੇ ਸੀ ਵੀ ਤੁਸੀਂ ਪੋਲੀਟਿਕਸ 'ਚ ਨਾ ਆਇਓ, ਤੁਸੀਂ ਨਾ ਟਰਸਟ ਬਣਾ ਕੇ ਲੋਕਾਂ ਦਾ ਭਲਾ ਕਰੋ। ਉਹਨਾਂ ਨੇ ਮੈਨੂੰ ਸਲਾਹ ਦਿੱਤੀ ਸੀ ਸਮਾਜ ਸੇਵੀ। ਹਾਂ ਵੀ ਤੁਸੀਂ ਉਹ ਮੈਂ ਅੱਜ ਵੀ ਐਜ਼ ਏ ਸਮਾਜ ਸੇਵੀ ਹਾਂ ਬਈ, ਇੱਕੋ ਹੀ ਆ ਸਾਡੇ 'ਚ ਵੀ। ਅਸੀਂ ਵੋਟਾਂ ਮੰਗਣ ਆਉਣੇ, ਜਿਹੜੀ ਸਾਨੂੰ ਇਹ ਵੋਟਾਂ ਮੰਗਣ ਆਉਂਦੇ ਆ, ਅਸੀਂ ਅਦਰਵਾਈਜ਼ ਤਾਂ ਸਮਾਜ ਸੇਵੀ ਹਾਂ ਸਾਰੇ ਟੋਟਲੀ। ਸਾਡਾ ਫੈਮਿਲੀ, ਸਾਡੀ ਸੋਚ ਆ ਜਿਹੜੀ, ਅਸੀਂ ਪੋਲੀਟੀਸ਼ੀਅਨ ਨਹੀਂ ਹੈਗੇ, ਅਸੀਂ ਸਿਆਸਤ ਸੇਵੀ। ਹਾਂ ਚਲੋ, ਕਿਉਂਕਿ ਅਸੀਂ ਕਿਹੜਾ ਰਾਜਨੀਤੀ ਕੋਲ ਫਾਇਦਾ ਲੈਣਾ, ਕੋਈ ਲਾਭ ਨਹੀਂ ਲੈਣਾ, ਨਾ ਲੋੜ ਆ ਕੋਈ। ਲੋਕਾਂ ਦੀ ਮਦਦ ਕਰਨੀ ਆ, ਠੀਕ ਆ। ਇੰਨਾ ਜ਼ਰੂਰ ਹੈਗਾ ਵੀ ਜੇ ਰਾਜਨੀਤੀ 'ਚ ਆਇਆ ਤਾਂ ਤੁਸੀਂ ਪਾਵਰ ਨਾਲ ਹੋਰ ਵਧੀਆ ਮਦਦ ਹੋ ਸਕਦੀ ਆ, ਪਰ ਉਹ ਦਿੱਕਤਾਂ ਇਹ ਨੇ ਵੀ ਤੁਹਾਨੂੰ ਫਿਰ ਰੋਕਣ ਲਈ ਵਿਰੋਧੀ ਪੰਡੀ ਪ੍ਰਚਾਰ ਬੜਾ ਕੁਝ ਚੱਲਦਾ ਰਹਿੰਦਾ। ਥੋੜ੍ਹੀ ਤਕਲੀਫ ਹੁੰਦੀ ਆ ਕਦੇ ਕਦੇ ਜਦੋਂ ਨਾ ਬਿਨਾਂ ਵਜ੍ਹਾ ਤੋਂ, ਲੇਕਿਨ ਹੁਣ ਉਹ ਵੀ ਖਤਮ ਹੋ ਰਿਹਾ ਵਾ ਬਿਲਕੁਲ ਹੀ ਨਾ। ਹੌਲੀ ਹੌਲੀ ਜਦੋਂ ਤੁਹਾਡੀ ਇਮੇਜ ਇੰਨੀ ਸਾਫ਼ ਹੁੰਦੀ ਆ ਤਾਂ ਉਹ ਗੱਲਾਂ ਹੌਲੀ ਹੌਲੀ ਫਿਰ ਉਹ ਖਤਮ ਹੋਣ ਲੱਗ ਜਾਂਦੀਆਂ। ਫਿਰ ਜੋ ਕਹਿੰਦਾ ਨਾ ਉਹਦਾ ਉਲਟ ਰਿਐਕਸ਼ਨ ਹੋਣ ਲੱਗ ਜਾਂਦਾ। ਹੁਣ ਕਿਸੇ ਟਾਈਮ ਸਾਡੇ ਤੇ ਕੋਈ ਗੱਲ ਕਹਿੰਦਾ ਸੀ, ਲੋਕਾਂ ਨੂੰ ਲੱਗਦਾ ਸੀ ਵੀ ਹਾਂ ਇਹ ਇਸ ਗੱਲ 'ਚ ਹੋ ਸਕਦੇ ਆ, ਅਸੀਂ ਪਾਵਰ ਸੀ। ਜਦੋਂ ਅਸੀਂ ਪਾਵਰ ਤੋਂ ਬਾਹਰ ਹੋ ਗਏ ਫਿਰ ਅਸੀਂ ਵੀ ਚੈਲੰਜ ਕਰਨਾ ਸ਼ੁਰੂ ਕਰਤਾ ਵੀ ਹੁਣ ਦੱਸੋ। ਫਿਰ ਹੌਲੀ ਲੋਕਾਂ ਨੂੰ ਹੁਣ ਇੱਕ ਪਤਾ ਲੱਗ ਗਿਆ ਵੀ ਯਾਰ ਇਹਨਾਂ 'ਚ ਵੀ ਲੱਗਦਾ ਵੀ ਕਮੀ ਹੈ ਨਹੀਂ ਗੀ। ਹੁਣ ਲੋਕਾਂ ਨੂੰ ਹੁਣ ਮੈਨੂੰ ਮਿਲਦੇ ਆ ਜਦੋਂ ਲੋਕ ਆਪ ਫੋਨ ਕਰਕੇ ਕਹਿੰਦੇ ਆ ਵੀ ਯਾਰ ਅਸੀਂ ਤੁਹਾਨੂੰ ਵੋਟ ਪਾਉਣੀ ਆ, ਅਸੀਂ ਕਦੇ ਵੋਟ ਨਹੀਂ ਪਾਈ, ਇਸ ਵਾਰ ਪਾਉਣੀ ਆ, ਸਾਡਾ ਮਨ ਆ। ਉਹ ਸਾਡੀਆਂ ਗੱਲਾਂ ਸੁਣ ਕੇ ਹੌਲੀ ਰਾਜਨੀਤੀ ਦੇ ਵਿੱਚ ਟਾਈਮ ਲੱਗ ਜਾਂਦਾ। ਜਦੋਂ ਅਸੀਂ ਨਵੇਂ ਜਦੋਂ ਮੈਂ ਨਾ ਪਿਛਲੀ ਚੋਣ ਲੜ ਰਿਹਾ ਸੀਗਾ 17 ਦੀ, ਆਮ ਆਦਮੀ ਪਾਰਟੀ ਨੇ IT ਤੇ ਬਹੁਤ ਪ੍ਰਚਾਰ ਕੀਤਾ ਸਾਡੇ ਕੋਲ। ਮੇਰਾ ਇੱਕ ਫਾਰਮ ਆ ਬਹੁਤ ਪੁਰਾਣਾ ਸਾਡਾ ਖਰੀਦਿਆ ਹੋਇਆ, ਉੱਥੇ ਬਾਉਂਡਰੀ ਵਾਲ ਹੋਈ ਆ ਫਰੰਟ 'ਤੇ ਬਹੁਤ ਲੰਬੀ। ਅਤੇ ਰਾਜਨੀਤੀ 'ਚ ਆਉਣ ਤੋਂ ਵੀ ਬਹੁਤ ਸਾਲ ਪਹਿਲਾਂ ਜੋ ਸਾਡੀ ਜ਼ਮੀਨ ਸ਼ਹਿਰ ਸੀ ਉੱਥੋਂ ਵੇਚ ਕੇ ਸਾਡੇ ਮੇਰੇ ਫਾਦਰ ਨੇ ਜ਼ਮੀਨ ਲਈ ਸੀ। ਕਹਿੰਦੇ ਜਿਹਨੇ MLA ਬਣ ਕੇ ਇੰਨੇ 100 ਏਕੜ ਦਾ ਫਾਰਮ ਬਣਾ ਲਿਆ। ਮੈਂ ਯਾਰ ਇਹ ਤਾਂ ਕਹਿਣ ਨਾਲ ਕੀ ਹੁੰਦਾ ਵੀ ਇਹ ਕਿਹੜਾ ਵੀ ਕਹਿਤਾ ਤੇ ਲੋਕ ਮੰਨ ਲੈਣਗੇ, ਲੋਕਾਂ ਨੂੰ ਪਤਾ ਹੀ ਆ। ਲੇਕਿਨ ਹੁਣ ਸਾਰਿਆਂ ਨੂੰ ਥੋੜ੍ਹੀ ਪਤਾ ਉਹ ਸਾਡੇ ਪਿੰਡ ਦਿਆਂ ਨੂੰ, ਉੱਥੇ ਗੁਆਂਢ ਦਿਆਂ ਨੂੰ ਪਤਾ, ਉਹ ਲੋਕਾਂ ਨੂੰ ਨਾ ਜਰਨਲ ਕਈ ਵਾਰ ਹੋ ਜਾਂਦਾ ਪਤਾ ਨਹੀਂ ਯਾਰ ਇਹਨਾਂ ਨੇ ਕੋਈ ਜਾਇਦਾਦਾਂ ਬਣਾ ਲਈਆਂ ਰਾਜਨੀਤੀ 'ਚ ਆ ਕੇ, ਠੀਕ ਆ। ਉਹਦਾ ਅਸਰ ਹੋਇਆ ਉਦੋਂ, ਪਰ ਜਦੋਂ ਗਵਰਨਮੈਂਟ ਬਦਲੀ ਮੈਂ ਫਿਰ ਉਹਦੀਆਂ ਇੱਕ ਵੀਡੀਓ ਪਾਈ ਸਾਰੀਆਂ ਰਜਿਸਟਰੀਆਂ ਰੱਖ ਕੇ, ਯਾਰ ਦੇਖੋ ਇਹਦੀਆਂ ਰਜਿਸਟਰੀਆਂ ਹੋਈਆਂ ਨੇ, ਕਦੋਂ ਦੀਆਂ ਹੋਈਆਂ ਨੇ, ਕਦੋਂ ਦੀ ਜ਼ਮੀਨ ਖਰੀਦੀ ਹੋਈ ਆ, ਅਤੇ ਅਸੀਂ ਪੋਲੀਟਿਕਸ 'ਚ ਕਦੋਂ ਆਏ ਆ। ਚਲੋ ਉਹ ਫਿਰ ਹੌਲੀ ਨਾ ਲੋਕਾਂ ਦੀ ਪਿਛਲੇ ਟਾਈਮ 'ਚ ਫਿਰ ਹੌਲੀ ਪਤਾ ਲੱਗ ਗਿਆ ਲੋਕਾਂ ਨੂੰ ਵੀ ਇਹ ਸਾਰੇ ਦੋਸ਼ ਨੇ। ਕਿਉਂਕਿ ਕੋਈ ਨਾ ਕੋਈ ਗੱਲ ਤਾਂ ਜੇ ਕੋਈ ਬੰਦਾ ਕਹਿੰਦਾ ਕੋਈ ਰਾਈ ਦਾ ਹੀ ਪਹਾੜ ਬਣਦਾ, ਰਾਈ ਤਾਂ ਹੋਣੀ ਚਾਹੀਦੀ ਆ ਨਾ। ਜੋ ਰਾਈ ਵੀ ਹੈ ਨਹੀਂ, ਕੋਈ ਗੱਲ ਹੀ ਹੈ ਨਹੀਂ, ਤਾਂ ਟੌਪਿਕ ਹੀ ਖਤਮ ਆ ਫਿਰ। ਯਾਰ ਸਭ ਦੋ ਦੌਰ ਬਾਰੇ ਗੱਲ ਹੁੰਦੀ ਹੈ ਜਦੋਂ ਵੀ ਸਿਆਸਤ ਦੇ ਬਾਰੇ ਜਾਂ ਸ਼੍ਰੋਮਣੀ ਅਕਾਲੀ ਦਲ ਬਾਰੇ ਗੱਲ ਹੁੰਦੀ ਹੈ। ਇੱਕ ਦੌਰ ਬਾਰੇ ਲੋਕ ਕਹਿੰਦੇ ਹੈਗੇ ਕਿ ਇੱਕ ਦੌਰ ਸੀਗਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ, ਅਤੇ ਹੁਣ ਇੱਕ ਦੌਰ ਬਾਰੇ ਗੱਲ ਹੁੰਦੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਦੌਰ ਹੈ। ਉਹ ਕਹਿੰਦੇ ਕਿ ਉਦੋਂ ਜਦੋਂ ਪ੍ਰਕਾਸ਼ ਸਿੰਘ ਬਾਦਲ ਜੀ ਸੀਗੇ, ਜਦੋਂ ਕਮਾਨ ਉਹਨਾਂ ਦੇ ਹੱਥ ਸੀ ਪੂਰਨ ਤੌਰ 'ਤੇ, ਉਸ ਵੇਲੇ ਪਾਰਟੀ ਅੱਗੇ ਵੀ ਵੱਧ ਰਹੀ ਸੀਗੀ, ਲੋਕਾਂ ਦਾ ਭਲਾ ਵੀ ਹੋ ਰਿਹਾ ਸੀਗਾ। ਲੇਕਿਨ ਹੁਣ ਵਿਰੋਧੀ ਕਹਿੰਦੇ ਹੈਗੇ ਨੇ ਜਦੋਂ ਦੀ ਕਮਾਨ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਹੱਥ 'ਚ ਆਈ ਹੈ, ਅਲੱਗ-ਅਲੱਗ ਤਰ੍ਹਾਂ ਦੇ ਨਾਲ ਐਲੀਗੇਸ਼ਨਸ ਵੀ ਲੱਗਦੇ ਕਿ ਜਿਵੇਂ ਸਿੱਧੂ ਸਾਹਿਬ ਕਹਿੰਦੇ ਕਿ ਹੋਟਲ ਬਣਾ ਲਏ, ਬੱਸਾਂ ਪਾ ਲਈਆਂ, ਆਪਣਾ ਬਿਜ਼ਨਸ ਅੱਗੇ ਵਧਾਇਆ। ਇਹਨੂੰ ਕਿਸ ਤਰੀਕੇ ਨਾਲ ਦੇਖਿਆ ਜਾਵੇ? ਦੇਖੋ ਬਾਦਲ ਸਾਹਿਬ ਜੱਦੀ ਪੁਸ਼ਤੀ ਜਿਹੜੇ ਸਰਦਾਰ ਨੇ, ਉਹਨਾਂ ਕੋਲ ਜੱਦੀ ਜ਼ਮੀਨਾਂ ਜਾਇਦਾਦਾਂ ਸੀਗੀਆਂ। ਉਹਨਾਂ ਨੇ ਉਸ ਨੂੰ ਬਿਜ਼ਨਸ ਨੂੰ ਅੱਗੇ ਐਕਸਪੈਂਡ ਕਰ ਲੈਣਾ ਜਦ ਤੱਕ ਉਹ ਸਾਬਤ ਕਰੇ ਨਾ। ਹੁਣ ਜਦੋਂ ਕੈਪਟਨ ਸਾਹਿਬ ਨੇ ਪਹਿਲਾਂ ਬੜੇ ਦੋਸ਼ ਲਾਏ, ਫਿਰ ਕੇਸ ਵੀ ਬਣਾਇਆ, ਅਰੈਸਟ ਵੀ ਕੀਤਾ, ਅਤੇ ਫਿਰ ਉਹ ਸਾਬਤ ਕਿਉਂ ਨਹੀਂ ਕਰ ਸਕੇ ਕੋਈ ਗੱਲ? ਜਦ ਤੱਕ ਉਹ ਸਾਬਤ ਕਰਨ, ਹੁਣ ਅਸੀਂ 5 ਸਾਲ ਕਿਹੜਾ ਸਰਕਾਰ 'ਚ ਸੀਗੇ, ਸਾਬਤ ਕਰ ਦੇਣ ਜਾਂ ਤਾਂ ਵੀ ਆਹ ਦੇਖੋ ਜੀ ਇੱਥੇ ਆਹ ਕਮੀ ਹੈਗੀ ਆ। ਫਿਰ ਕਹਿਣਾ ਤਾਂ ਹੁਣ ਕਹਿਣਾ ਤਾਂ ਜੇ ਕੋਈ ਤਰੱਕੀ ਕਰ ਰਿਹਾ ਉਹਨੂੰ ਕਹਿਣਾ ਹੀ ਆ, ਉਹਦਾ ਹੁਣ ਕਿਹੜਾ ਕਿਸੇ ਦਾ ਕੋਈ ਰੋਕ ਲੈਣਾ। ਜੇ ਤੁਸੀਂ ਪਬਲਿਕ ਫਿਗਰ ਹੈਗੇ ਹੋ, ਤੁਸੀਂ ਪੋਲੀਟਿਕਸ ਦੇ ਵਿੱਚ ਹੈਗੇ ਹੋ, ਤਾਂ ਵਿਰੋਧੀਆਂ ਨੇ ਤੁਹਾਨੂੰ ਚੰਗਾ ਤਾਂ ਕਹਿਣਾ ਹੀ ਨਹੀਂ। ਉਹ ਤਾਂ ਫਿਰ ਤੁਹਾਨੂੰ ਟਾਰਗੇਟ ਕਰਨਗੇ ਹੀ। ਅਤੇ ਜਿਹੜੇ ਕੋਲੇ ਕੁਛ ਨਹੀਂ ਹੁੰਦਾ ਅਗਲਾ ਕਹਿੰਦਾ ਇਹ ਮਲੰਗਾ ਜੀ, ਜੇ ਕਿਸੇ ਕੋਲੇ ਹੈਗਾ ਤਾਂ ਉਹਨੂੰ ਫਿਰ ਕਹਿੰਦੇ ਇਹਨਾਂ ਨੇ ਲੁੱਟ ਕੇ ਬਣਾ ਲਿਆ ਪਤਾ ਨਹੀਂ। ਸੋ ਲੋਕ ਤਾਂ ਕਿਸੇ ਪਾਸੇ ਤੁਹਾਨੂੰ ਉਹਨਾਂ ਨੇ ਬਖਸ਼ਣਾ ਹੈ ਹੀ ਨਹੀਂਗਾ। ਨਾ ਤੁਸੀਂ ਇਸ ਚੀਜ਼ ਦੀ, ਜਿਵੇਂ ਤੁਸੀਂ ਆਪਣੇ ਬਾਰੇ ਗਾਰੰਟੀ ਲੈਂਦੇ ਹੋਗੇ ਕਿ ਮੈਂ ਕਦੀ ਸਿਆਸਤ ਤੋਂ ਫਾਇਦਾ ਨਹੀਂ ਲਿੱਤਾ, ਤੁਸੀਂ ਹੋਰ ਵੀ ਲੀਡਰਸ ਦੀ ਗਾਰੰਟੀ ਲੈਣਗੇ? ਮੈਂ ਹਰ ਇੱਕ ਦੀ ਤਾਂ ਜੀ ਉਹਦਾ ਅਗਲਾ ਆਪ ਦੱਸੂਗਾ ਨਾ, ਉਹ ਦੱਸਣਗੇ। ਬਾਕੀ ਜਿਹੜੀ ਗੱਲ ਆ ਨਾ ਟਾਈਮਲੀ ਸੱਚਾਈ ਤਾਂ ਸਾਹਮਣੇ ਆਈ ਜਾਂਦੀ ਹੁੰਦੀ ਆ ਕਿਸੇ ਵੀ ਬੰਦੇ ਦੀ ਆ, ਚਾਹੇ ਉਹ ਕੋਈ ਪਿੰਡ ਲੈਵਲ ਦਾ, ਚਾਹੇ ਕੋਈ ਪੰਜਾਬ ਲੈਵਲ ਦੇ ਪੋਲੀਟਿਕਸ ਕਰਦਾ ਵਾ, ਚਾਹੇ ਕੋਈ ਵੀ ਕੰਮ ਕਰਦਾ ਬੰਦਾ, ਲੋਕਾਂ ਨੂੰ ਪਤਾ ਹੁੰਦਾ ਵੀ ਇਹ ਬੰਦਾ ਦਾ ਕਾਰੋਬਾਰ ਕੀ ਆ, ਇਹਦੀ ਸੋਚ ਕੀ ਆ, ਇਹਨਾਂ ਦਾ ਕਿਰਦਾਰ ਕੀ ਆ, ਇਹਦੇ ਬਾਰੇ ਲੋਕਾਂ ਨੂੰ ਪਤਾ ਹੀ ਹੁੰਦਾ, ਲੱਗ ਹੀ ਜਾਂਦਾ ਪਤਾ। ਬਾਕੀ ਜਿਹੜਾ ਗਲਤ ਕੰਮ ਕਰਨ ਵਾਲਾ ਉਹਦਾ ਕਿਤੇ ਨਾ ਕਿਤੇ ਅੜਕੇ ਆਈ ਜਾਣਾ ਹੁੰਦਾ। ਤੁਸੀਂ ਇਹ ਜਿਹੜੇ ਅੱਜ ਕੱਲ੍ਹ ਬਿਆਨ ਚੱਲਦੇ ਪਏ ਆ, ਜਿਵੇਂ
ਡਾਕਟਰ ਰਾਜਕੁਮਾਰ ਵੇਰਕਾ ਜੀ ਨੇ ਕਿਹਾ ਜਦੋਂ ਵੱਡੇ ਬਾਦਲ ਸਾਹਿਬ ਨੇ ਕਿਹਾ ਕਿ ਮੈਂ ਚੋਣ ਲੜਨੀ ਹੈ, ਉਦੋਂ ਉਹਨਾਂ ਨੇ ਕਿਹਾ ਕਿ ਠੰਡ ਦਾ ਵੇਲਾ ਹੈਗਾ, ਉਹਨਾਂ ਨੂੰ ਅੰਦਰ ਰਹਿਣਾ ਚਾਹੀਦਾ ਹੈਗਾ, ਬਾਹਰ ਨਹੀਂ ਆਉਣਾ ਚਾਹੀਦਾ। ਇਸ ਤਰੀਕੇ ਦੇ ਨਾਲ ਉਹਨਾਂ ਨੇ ਬਿਆਨ ਦਿੱਤਾ। ਫਿਰ ਹਰਸਿਮਰਤ ਕੌਰ ਬਾਦਲ ਹੋਰਾਂ ਦਾ ਤਾਜ਼ਾ ਬਿਆਨ, ਉਹ ਕਹਿੰਦੇ ਕਿ ਭਗਵੰਤ ਮਾਨ ਜੋ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਮੁੱਖ ਮੰਤਰੀ ਦਾ ਚਿਹਰਾ, ਉਹ ਸ਼ਰਾਬ ਨਾਲ ਡੱਕੇ ਰਹਿੰਦੇ ਆ। ਨਵਜੋਤ ਸਿੰਘ ਸਿੱਧੂ ਅੱਜ ਕਹਿ ਰਹੇ ਆ ਕਿ ਮੈਂ ਅੱਖ ਕੱਢ ਲੂੰਗਾ ਮਜੀਠੀਆ ਸਾਹਿਬ ਦੀ। ਇਹ ਬਿਆਨਬਾਜ਼ੀ ਜੋ ਚੱਲਦੀ ਪਈ ਹੈ, ਇਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਅਸੀਂ ਅਕਸਰ ਕਿਹਾ ਕਰਦੇ ਸੀ ਕਿ ਗੀਤਕਾਰ ਜੋ ਹੈਗੇ ਨੇ ਜਾਂ ਫਿਲਮ ਮੇਕਰ ਜਿੰਨੇ ਹੈਗੇ ਨੇ, ਉਹ ਇਹੋ ਜਿਹੀਆਂ ਫਿਲਮਾਂ ਜਾਂ ਗੀਤ ਪੇਸ਼ ਕਰਦੇ ਜੋ ਆਪਣੀਆਂ ਧੀਆਂ ਭੈਣਾਂ ਨਾਲ ਬਹਿ ਕੇ ਅਸੀਂ ਨਹੀਂ ਦੇਖ ਸਕਦੇ। ਕਿ ਅੱਜ ਦੇ ਜਿਹੜੇ ਭਾਸ਼ਣ ਚੱਲਦੇ ਪਏ ਸਿਆਸਤਦਾਨਾਂ ਦੇ, ਉਹ ਅਸੀਂ ਇੱਕ ਟੀਵੀ ਤੇ ਬੈਠ ਕੇ ਘਰਦਿਆਂ ਨਾਲ ਬਹਿ ਕੇ ਸੁਣ ਸਕਦੇ ਹਾਂ। ਦੇਖੋ, ਜਿਹੜੇ ਅਸੀਂ ਪੋਲੀਟੀਸ਼ੀਅਨ ਹੈਗੇ ਆ, ਇੱਕ ਤਰ੍ਹਾਂ ਦਾ ਰੋਲ ਮਾਡਲ ਅਸੀਂ ਨਾ, ਸਾਨੂੰ ਬਹੁਤ ਲੋਕ ਫੋਲੋ ਕਰਦੇ ਨੇ। ਅਸੀਂ ਲੀਡ ਕਰਦੇ, ਲੀਡਰ ਆ ਗਏ ਨਾ ਜਿਹੜੇ, ਤੇ ਲੀਡ ਕਰ ਰਹੇ ਆ ਨਾ। ਸਾਡੀ ਜਿਹੜੀ ਭਾਸ਼ਾ ਹੈਗੀ ਆ ਬੜੀ ਸੱਭਿਅਕ ਹੋਣੀ ਚਾਹੀਦੀ ਆ। ਵਿਰੋਧੀ ਜਿਹੜੇ ਅਸੀਂ ਜਿਨ੍ਹਾਂ ਦੇ ਬਾਰੇ ਚੰਗਾ ਮਾੜਾ ਕਹਿੰਦੇ, ਅਕਸਰ ਉਹਨਾਂ ਦੇ ਵੀ ਬੱਚੇ ਆ, ਪਰਿਵਾਰ ਆ ਨਾ। ਕਈ ਵਾਰ ਅਸੀਂ ਇੱਦਾਂ ਦੇ ਦੋਸ਼ ਕੋਈ ਲਾ ਦਿੰਦੇ ਆ, ਕੋਈ ਗੱਲਾਂ ਅਸੀਂ ਕਹਿ ਦਿੰਦੇ ਆ ਜਿਹੜੀਆਂ ਤੁਹਾਡੇ ਮਨ ਨੂੰ ਬੜੀ ਠੇਸ ਪਹੁੰਚਾਉਂਦੀਆਂ ਨੇ। ਠੀਕ ਆ, ਤੁਸੀਂ ਆਪਣਾ ਮਿਹਨਤ ਕਰਨੀ ਆ, ਆਪਣੀ ਕਿਸਮਤ ਦਾ ਖਾਣਾ ਉਹਨਾਂ ਨੇ, ਅਗਲੇ ਨੇ ਆਪਣਾ ਕਰਨਾ। ਵੀ ਇਸ ਲੈਵਲ ਤੇ ਸਾਨੂੰ ਗਿਰ ਕੇ ਕਈ ਵਾਰ ਨਾ ਜਦੋਂ ਬੰਦਾ ਦੂਜਾ ਕਹਿੰਦਾ, ਫਿਰ ਬੰਦੇ ਦੂਸਰੇ ਨੂੰ ਵੀ ਫਿਰ ਉਹਦਾ ਜਵਾਬ ਦੇਣਾ ਪੈ ਜਾਂਦਾ। ਪਹਿਲ ਕੌਣ ਕਰਦਾ? ਜ਼ਿਆਦਾਤਰ ਜਿਹੜੀਆਂ ਗਿਰ ਕੇ ਗੱਲਾਂ ਕੀਤੀਆਂ ਗਈਆਂ, ਉਹ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀਆਂ ਗਈਆਂ। ਸਭ ਤੋਂ ਪਹਿਲਾਂ ਉਹ ਗੱਲਾਂ ਜਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ ਸੀ ਪਬਲਿਕ ਪਲੇਟਫਾਰਮ 'ਤੇ, ਰੈਲੀਆਂ ਦੇ ਵਿੱਚ ਖੜ੍ਹ ਕੇ। ਠੀਕ ਆ, ਤੁਸੀਂ ਕਹੋ ਵੀ ਆਪਣਾ ਇਹਨਾਂ ਦੇ ਵਿੱਚ ਵੀ ਆਹ ਬੰਦਾ ਹੈਗਾ ਜੀ, ਇਹਨਾਂ ਦੇ ਵਿੱਚ ਆ ਕਮੀਆਂ ਹੈਗੀਆਂ ਨੇ, ਸਮਾਂ ਆਉਣ 'ਤੇ ਉਹ ਆਪੇ ਹੀ ਕਾਨੂੰਨ ਦੇਖ ਲੂਗਾ, ਸਰਕਾਰ ਦੇਖ ਲੂਗੀ। ਪਰ ਜਦੋਂ ਤੁਸੀਂ ਜ਼ਿਆਦਾ ਗਿਰ ਕੇ ਕਿਸੇ ਦੇ ਪ੍ਰਤੀ ਇਹ ਗੱਲਾਂ ਕਰਦੇ ਹੋ, ਤਾਂ ਉਹਦੇ ਨਾਲ ਬੰਦੇ ਨੂੰ ਠੇਸ ਜ਼ਰੂਰ ਪਹੁੰਚਦੀ ਹੈ। ਉਹਨਾਂ ਦੇ ਪਰਿਵਾਰ ਨੂੰ, ਹਰ ਇੱਕ ਬੰਦਾ ਜਿਹੜਾ ਉਹਦਾ ਪਰਿਵਾਰ, ਉਹਦੇ ਬੱਚੇ ਨੇ, ਦੇਖੋ ਉਹਨਾਂ ਦੀ, ਮੈਂ ਸੋਚਦਾ ਵੀ ਜੇ ਮੇਰਾ ਕੋਈ ਵਿਰੋਧੀ ਵੀ ਹੈਗਾ, ਜਿਵੇਂ ਕੋਈ ਇੱਦਾਂ ਦੀ ਗਲਤ ਗੱਲ ਕਰੂੰਗਾ, ਤਾਂ ਉਸ ਦੇ ਬੱਚੇ ਕੀ ਫੀਲ ਕਰਨਗੇ? ਉਹੀ ਬੱਚੇ ਮੇਰੇ ਫੀਲ ਕਰਦੇ ਨੇ ਜੇ ਕੋਈ ਮੇਰੇ ਬਾਰੇ ਕੋਈ ਗੱਲ ਕਰਦਾ ਜਾਂ ਇੱਦਾਂ ਦੀ ਗੱਲ ਕਹਿੰਦਾ ਵਾ। ਸੋ ਇਸ ਲਈ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਆ ਵੀ ਕਿਸੇ ਦੇ ਮਨ ਨੂੰ ਠੇਸ ਨਾ ਪਹੁੰਚਾਈ ਜਾਵੇ। ਠੀਕ ਆ, ਇਹ ਜਿਹੜੀਆਂ ਸਾਡੀਆਂ ਰਾਜਨੀਤਿਕ ਇਹ ਵਿਰੋਧੀ ਹੈਗੇ ਨੇ, ਇਹ ਪਰਮਾਨੈਂਟ ਨਹੀਂ ਹੁੰਦੇ, ਟਾਈਮਲੀ ਹੁੰਦੇ ਨੇ। ਇਹ ਸਾਡੇ ਇੰਟਰਸਟ, ਅੱਜ ਸਾਡਾ ਕੋਈ ਮੇਰੇ ਖਿਲਾਫ ਚੋਣ ਲੜ ਰਿਹਾ, ਉਹ ਮੇਰੇ ਵਿਰੋਧ ਆ, ਜੇ ਕੱਲ੍ਹ ਨੂੰ ਉਹਨੂੰ ਟਿਕਟ ਨਾ ਮਿਲੀ, ਹੋ ਸਕਦਾ ਪਤਾ ਨਹੀਂ ਮੇਰਾ ਦੋਸਤ ਬਣ ਜਾਵੇ। ਇੱਥੇ ਵੀ ਨਹੀਂ ਪਤਾ ਵੀ ਕਦੋਂ ਤੁਹਾਡਾ ਕੌਣ ਦੋਸਤ ਆ, ਕੌਣ ਦੁਸ਼ਮਣ ਆ। ਰਾਜਨੀਤੀ ਦੇ ਵਿੱਚ ਪਤਾ ਹੀ ਕੋਈ ਨਹੀਂ। ਪਰ ਦੁਸ਼ਮਣੀ ਵੀ ਉਨੀ ਕੀ ਕਰਨੀ ਚਾਹੀਦੀ ਹੈ ਨਾ, ਕਿ ਜਦੋਂ ਬਾਅਦ 'ਚ ਦੋਸਤ ਬਣੋ ਤਾਂ ਕਿਸੇ ਚੀਜ਼ ਦਾ ਗਿਲਾ ਸ਼ਿਕਵਾ ਨਾ ਹੋਵੇ। ਤਾਂ ਨਾ ਵੀ ਕਦੇ ਵੀ ਤੁਸੀਂ, ਹੁਣ ਮੈਂ ਸਾਡੇ ਜਿਹੜੇ ਵਿਰੋਧੀ ਵੀ ਹੈਗੇ ਆ, ਸਮੇਂ ਤੇ ਮੇਰੇ ਨਾਲ ਪਹਿਲਾਂ ਚੋਣਾਂ ਵੀ ਲੜੇ ਆ, ਜਦੋਂ ਤੱਕ ਕੋਈ ਜ਼ਿਆਦਾ ਹੀ ਗਿਰਾਵਟ ਉਹਨਾਂ 'ਚ ਨਾ ਆਵੇ, ਉਦੋਂ ਤੱਕ ਮੈਂ ਕੋਈ ਰਿਐਕਸ਼ਨ ਵੀ ਨਹੀਂ ਕਰਦਾ, ਤੇ ਮੈਂ ਉਹਨਾਂ ਨੂੰ ਸਤਿਕਾਰ ਵੀ ਦਿੰਦਾ ਵਾ। ਜਦੋਂ ਕੋਈ ਬੰਦਾ ਜ਼ਿਆਦਾ ਹੀ ਗਿਰ ਕੇ ਗੱਲ ਕਰਦਾ ਵਾ, ਫਿਰ ਥੋੜ੍ਹਾ ਹੁੰਦਾ ਵੀ ਯਾਰ ਛੱਡੋ, ਕੀ ਬੁਲਾਉਣਾ ਇਹਨੂੰ ਹੁਣ, ਹੈ ਨਾ। ਫਿਰ ਲੱਗਦਾ ਵੀ ਛੱਡੋ, ਕਿਹੜਾ ਕਾਹਨੂੰ ਬੁਲਾਉਣਾ। ਤੇ ਜਦੋਂ ਬੰਦਾ ਜ਼ਿਆਦਾ ਹੀ ਗਿਰ ਜਾਂਦਾ ਵਾ, ਜਾਂ ਉਹਦੀ ਸੋਚ ਇੱਦਾਂ ਦੀ ਗਿਰ ਜਾਂਦੀ ਆ, ਤੇ ਫਿਰ ਤੁਹਾਨੂੰ ਥੋੜ੍ਹਾ ਜਿਹਾ ਮਹਿਸੂਸ ਹੁੰਦਾ ਵੀ, ਨਹੀਂ ਤਾਂ ਹੁੰਦਾ ਵੀ ਯਾਰ ਜੇ ਅਸੀਂ ਕੋਈ ਮੇਰਾ ਵਿਰੋਧੀ ਵੀ ਆਇਆ, ਜੇ ਮੈਂ ਬੈਠਾ ਤਾਂ ਆ ਰਿਹਾ, ਤਾਂ ਉਹਨੂੰ ਉੱਠ ਕੇ ਮਿਲੀਏ, ਉਹਨੂੰ ਰਿਸਪੈਕਟ ਦਈਏ ਨਾ। ਉਹ ਵੱਖਰੀ ਗੱਲ ਆ, ਇੱਕ ਚੰਗਾ ਮੈਸੇਜ ਆਉਂਦਾ ਲੋਕਾਂ ਦੇ ਵਿੱਚ। ਸਾਡੇ ਵਿਰੁੱਧ ਮੇਰੇ ਖੰਗੂੜਾ ਸਾਹਿਬ ਚੋਣ ਲੜੇ ਨੇ, ਵੱਡੇ ਵੀ ਲੜੇ ਨੇ, ਮੈਂ ਉਹਨਾਂ ਨੂੰ ਬੜੀ ਅੱਜ ਵੀ ਗੋਡੀ ਹੱਥ ਲਾਉਣਾ ਵਾ। ਭੈਣੀ ਸਾਹਿਬ ਨੇ ਸਾਡੇ, ਉਹਨਾਂ ਦੇ ਅਸੀਂ ਵੱਡੇ ਭੈਣੀ ਸਾਹਿਬ ਨੇ, ਉਹ ਸਭ ਤੋਂ ਵੱਡੇ ਨੇ, ਮੇਰੇ ਦਾਦੇ ਦੀ ਉਮਰ, ਉਹਨਾਂ ਅਸੀਂ ਗੋਡੀ ਹੱਥ ਲਾਉਂਦੇ ਹਾਂ। ਸੋ ਇਸ ਤਰ੍ਹਾਂ ਦੇ ਬਹੁਤ ਲੀਡਰ ਹੈਗੇ ਨੇ ਜਿਹਨੂੰ ਅਸੀਂ ਰਿਸਪੈਕਟ ਦਿੰਦੇ ਹਾਂ। ਪਰ ਜਿਹੜੇ ਕੁਝ ਜ਼ਿਆਦਾ ਹੀ ਗਿਰ ਕੇ ਕਈਆਂ ਨੇ ਗੱਲਾਂ ਕੀਤੀਆਂ, ਹਰਕਤਾਂ ਕੁਛ, ਫਿਰ ਉੱਥੇ ਸਾਨੂੰ ਹੁੰਦਾ ਵੀ ਇਹਨਾਂ ਤੋਂ ਵੀ ਨਾ ਹੀ ਬੁਲਾਈਏ ਨਾ ਚੰਗਾ, ਫਿਰ ਇਗਨੋਰ ਵੀ ਕਰਦਾ। ਫਿਰ ਉਹ ਕੋਸ਼ਿਸ਼ ਉਹ ਵੀ ਕਰਦੇ ਆ, ਅਤੇ ਕਿਉਂਕਿ ਇਹ ਇੱਥੇ ਚੱਲੀ ਜਾਂਦਾ ਵਾ ਸਮੇਂ ਦੇ ਨਾਲ। ਪਤਾ ਨਹੀਂ ਕਦੋਂ ਤੁਹਾਡੇ ਜਿਹੜੇ ਇੰਟਰਸਟ ਹੈਗੇ ਆ, ਉਹ ਕਿਸੇ ਦੇ ਪ੍ਰਤੀ ਤੁਹਾਨੂੰ ਲੱਗਦਾ ਵੀ ਮੈਨੂੰ ਅੱਜ ਇਹ ਠੀਕ ਆ, ਉਹ ਤੁਹਾਡੀ ਮਦਦ ਕਰਨ ਲੱਗ ਜਾਂਦੇ ਨੇ। ਕਿਸੇ ਟਾਈਮ ਤੁਹਾਡੇ ਸਭ ਤੋਂ ਵੱਡੇ ਦੁਸ਼ਮਣ ਹੁੰਦੇ ਨੇ। ਬਹੁਤ ਇਹੋ ਜਿਹੇ ਨੇ ਜਿਹੜੇ ਕਿਸੇ ਟਾਈਮ ਮੇਰੇ ਦੋਸਤ ਸੀਗੇ, ਜਿਹਨਾਂ ਨੂੰ ਮੈਂ ਰਾਈਟ ਹੈਂਡ ਸਮਝਦਾ ਸੀ, ਅਤੇ ਉਹ ਅੱਜ ਮੇਰੇ ਸਭ ਤੋਂ ਵੱਡੇ ਦੁਸ਼ਮਣ ਨੇ ਉਹ। ਕਿਉਂਕਿ ਉਹਨਾਂ ਦੀ ਜਿਹੜੀ ਕਮੀਆਂ ਸੀ, ਮੈਂ ਉਹਨਾਂ ਨੂੰ ਸਮਝਾਉਂਦਾ ਸੀ ਵੀ ਯਾਰ ਮੇਰਾ ਇਹ ਏਜੰਡਾ ਨਹੀਂ ਹੈਗਾ, ਅਤੇ ਮੈਂ ਸਮਝਦਾ ਸੀ ਮੇਰੀਆਂ ਇਹ ਬਾਹਾਂ ਨੇ, ਅਤੇ ਅੱਜ ਮੇਰਾ ਖਿਆਲ ਉਹ ਸਭ ਤੋਂ ਵੱਧ ਮੇਰਾ ਨੁਕਸਾਨ ਕਰਨ ਲਈ ਉਹੀ ਕੋਸ਼ਿਸ਼ ਰਹਿੰਦੇ ਵੀ ਇਹਦਾ ਨੁਕਸਾਨ ਜਿੰਨਾ ਹੁੰਦਾ ਕਰੋ। ਅਤੇ ਜਿਹੜੇ ਕਿਸੇ ਟਾਈਮ ਵੱਡੇ ਦੁਸ਼ਮਣ ਸੀ, ਉਹ ਅੱਜ ਉਹ ਮੇਰਾ ਭਲਾ ਵੀ ਸੋਚਦੇ ਆ ਵੀ ਯਾਰ ਇਹ ਬੰਦਾ ਵਧੀਆ, ਇਹਦਾ ਠੀਕ ਹੋਣਾ ਚਾਹੀਦਾ, ਇਹਦਾ ਭਲਾ ਹੋਣਾ ਚਾਹੀਦਾ ਵਾ। ਸੋ ਮੇਰੀ ਪਿੱਠ ਪਿੱਛੇ ਵੀ ਮੇਰੇ ਭਲੇ ਦੀ ਗੱਲ ਕਰਦੇ ਨੇ। ਸੋ ਇੱਦਾਂ ਦਾ ਚੱਲਦਾ ਰਹਿੰਦਾ ਦੁਨੀਆ ਦੇ ਵਿੱਚ। ਤੁਹਾਡੀ ਸਪੀਚ ਸੁਣ ਰਿਹਾ ਸੀਗਾ, ਤੁਸੀਂ ਕੈਪਟਨ ਸੰਦੀਪ ਸੰਧੂ ਅਤੇ ਮਖੂ ਸਾਹਿਬ ਨੂੰ ਤੁਸੀਂ ਬਲੈਕਮੇਲਰ ਕਿਹਾ, ਉਹਦੀ ਵਜ੍ਹਾ? ਨਹੀਂ, ਉਹਦਾ ਕੋਈ ਰੀਜ਼ਨ ਆ ਵੀ ਜੇ ਮੈਂ ਤਾਂ ਸੱਚੀ ਕਿਹਾ ਵੀ ਇਹ ਲੋਕਾਂ ਦਾ ਵੀ ਤੁਹਾਨੂੰ ਉਹਨਾਂ ਦਾ ਏਜੰਡਾ ਕੀ ਆ? ਪੈਸਾ ਕਮਾਉਣਾ, ਸਿਰਫ ਪੈਸਾ ਕਮਾਉਣਾ। ਜੇ ਸੱਚਾ ਹੋਊ ਮੈਂ ਬਿਲਕੁਲ ਨਹੀਂ ਕਹੂੰਗਾ ਕੋਈ, ਮੈਂ ਕਦੇ ਝੂਠ ਨਹੀਂ ਬੋਲਦਾ, ਨਾ ਮੈਨੂੰ ਲੋੜ ਆ। ਮੇਰੇ ਤੇ ਕਿਹੜਾ ਕੋਈ ਤਲਵਾਰ ਧਰੀ ਆ ਕਿਸੇ ਦੀ। ਸੋ ਲੇਕਿਨ ਇਹ ਗੱਲਾਂ ਸੱਚਾਈ, ਤੁਹਾਡੇ ਕੋਲ ਡੇਟਾ ਬੜਾ ਇਕੱਠਾ ਹੋਇਆ ਪਿਆ ਉਹਨਾਂ ਦਾ।
ਮੈਂ ਸਭ ਕੁਝ ਰੱਖਿਆ ਹੋਇਆ, ਜੇ ਲੋੜ ਵੀ ਜਾਰੀ ਕਰ ਦਿਆਂਗੇ, ਪਰ ਲੋੜ ਹੀ ਨਾ ਪਵੇ, ਕਿਉਂ ਕਿਸੇ ਦਾ ਮਾੜਾ ਕਰਨਾ ਆਪਾਂ। ਇੰਨੇ ਚਲੋ ਰਾਜਨੀਤੀ 'ਚ ਇੰਨਾ ਕੁ ਤਾਂ ਚੱਲਦਾ ਵਾ, ਅਸੀਂ ਕਹਿ ਦੇਣੀ ਗੱਲ, ਜੇ ਗੱਲਾਂ ਹੈਗੀਆਂ ਤਾਂ ਤੁਹਾਨੂੰ ਨਹੀਂ ਲੱਗਦਾ ਜੇ ਤੁਸੀਂ ਕਿਸੇ ਨੂੰ ਬਲੈਕਮੇਲਰ ਕਹਿੰਦੇ ਹੋ ਤੇ ਉਹੀ ਕੱਲ ਨੂੰ ਜਿੱਤ ਜਾਣ ਤੇ ਫਿਰ ਉਹੀ ਜੋ ਹੈਗੇ ਨੇ ਬਲੈਕਮੇਲਿੰਗ ਦਾ ਸਿਸਟਮ ਜਿਹੜਾ ਹੈਗਾ ਲੋਕਾਂ ਦੇ ਨਾਲ ਵੀ ਚੱਲੇ? ਤਾਂ ਕਰਨਗੇ, ਲੋਕੀ ਨੇ ਜਿਤਾਉਣਾ ਲੋਕਾਂ ਨੂੰ, ਇਹਨਾਂ ਦੇ ਲੋਕਾਂ ਨੂੰ ਸਭ ਪਤਾ ਵਾ। ਠੀਕ ਆ, ਅਸੀਂ ਮਾੜਾ ਮੋਟਾ, ਮੈਂ ਜ਼ਿਆਦਾ ਨਹੀਂ ਜਾਂਦਾ ਹੈਗਾ ਉਸ ਲੈਵਲ ਤੱਕ ਕਰਕੇ, ਠੀਕ ਆ, ਇੰਨੀ ਕੁ ਗੱਲ ਅਸੀਂ ਜ਼ਰੂਰ ਕਰਦੇ ਹਾਂ ਵੀ ਇਹ ਜੇ ਗੱਲ ਸੱਚਾਈ ਨਹੀਂ ਹੋਈ ਤਾਂ ਗੁਰਦੁਆਰੇ ਚੜ੍ਹ ਕੇ ਕਹਿ ਦੇਣ ਇਸ ਗੱਲ ਨੂੰ ਵੀ ਹਾਂ ਵੀ ਤੁਸੀਂ ਮੇਰੇ ਤੋਂ ਪੈਸੇ ਮੰਗੇ, ਜਿਹਨੇ ਵੀ, ਚਲੋ ਮੈਂ ਬਾਹਲਾ ਕਾਹਨੂੰ ਕਹਿਣਾ, ਵੀ ਉਹਨਾਂ ਨੇ ਗੁਰਦੁਆਰੇ ਚੜ੍ਹ ਕੇ ਕਹਿ ਦੇਣ ਵੀ ਹਾਂ ਮੈਂ ਮੰਗਿਆ ਨਹੀਂ ਪੈਸਾ, ਤੇ ਮੈਂ ਨਾਲ ਸਬੂਤ ਤੇ ਗਵਾਹ ਵੀ ਪੇਸ਼ ਕਰ ਦੂੰਗਾ ਨਾਲ। ਸੋ ਚਲੋ ਛੱਡੋ ਇਹਨਾਂ ਗੱਲਾਂ ਨੂੰ, ਆਪਾਂ ਕੀ ਲੈਣਾ, ਹੈਗੀਆਂ ਨੇ, ਪਤਾ ਹੀ ਆ ਲੋਕਾਂ ਨੂੰ ਏਜੰਡਾ ਕੀ ਆ ਤੁਹਾਡਾ, ਏਜੰਡੇ ਤੁਹਾਡੇ ਕੀ ਨੇ, ਮੇਰਾ ਏਜੰਡਾ ਕੀ ਆ। ਮੈਂ ਸਰਕਾਰ ਦੇ ਵਿਰੁੱਧ ਚੋਣ ਲੜੀ ਆ, ਕੋਈ ਕਮੀ ਹੁੰਦੀ ਆ ਜੇ ਇੰਨੀ ਕੁ ਵੀ ਨਿਕਲ ਹੀ ਆਉਂਦੀ ਆ ਕੋਈ ਨਾ ਕੋਈ। ਸਾਡਾ ਏਜੰਡਾ ਪੂਰਾ ਕਲੀਨ ਹੈਗਾ 100%। ਹੋਰ ਵੀ ਬਹੁਤ ਤਬਦੀਲੀਆਂ ਲੈ ਕੇ ਆਵਾਂਗੇ ਆਉਣ ਵਾਲੇ ਸਮੇਂ 'ਚ, ਬਹੁਤ ਵੱਡੀਆਂ ਚੇਂਜਸ ਲੈ ਕੇ ਆਵਾਂਗੇ। ਤੁਸੀਂ KNS ਕੰਗ ਬਾਰੇ ਕਿਹਾ, ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੈ ਦਾਖਾ ਤੋਂ, ਉਹਨਾਂ ਬਾਰੇ ਤੁਸੀਂ ਕਿਹਾ ਕਿ ਜਦੋਂ ਲੋਕਡਾਊਨ ਲੱਗਾ ਸੀਗਾ ਉਸ ਵੇਲੇ ਵੀ ਉਹਨਾਂ ਨੇ ਫੀਸਾਂ ਲਿੱਤੀਆਂ, ਬੱਚਿਆਂ ਦੇ ਤਰਸ ਨਹੀਂ ਖਾਧਾ। ਜੋ ਮੈਨੂੰ ਉਹਨਾਂ ਨੇ ਦੱਸਿਆ, ਉਹਨਾਂ ਦੇ ਮੁਲਾਜ਼ਮਾਂ ਨੇ, ਮੇਰੇ ਨਾਲ ਉਹਨਾਂ ਦੀ ਇੰਟਰਵਿਊ ਹੋਈ ਸੀਗੀ, ਮੈਂ ਉਹਨਾਂ ਨੂੰ ਸੇਮ ਸਵਾਲ ਕੀਤਾ ਕਿ ਤੁਸੀਂ, ਕਿਉਂਕਿ ਕੈਪਟਨ ਸੰਦੀਪ ਸੰਧੂ ਨੇ ਕਿਹਾ ਸੀਗਾ ਕਿ ਉਹਨਾਂ ਕੋਲ ਪੁੱਛਣਾ ਕਿ ਕਦੀ ਕਿਸੇ ਬੱਚੇ ਨੂੰ ਫ੍ਰੀ ਪੜ੍ਹਾਇਆ, ਤੇ ਉਹਨਾਂ ਨੇ ਕਿਹਾ ਹਾਂ ਮੇਰੇ ਕਾਲਜ ਦੇ ਵਿੱਚ ਬੱਚੇ ਫ੍ਰੀ ਵੀ ਪੜ੍ਹਦੇ ਹੈਗੇ ਆ, ਮੈਂ ਇਹ ਸੇਵਾ ਵੀ ਕਰਦਾ। ਮੈਨੂੰ ਨਹੀਂ ਹਜੇ ਤੱਕ ਕੋਈ ਲੱਗਿਆ, ਹਜੇ ਤੱਕ ਉਹਨਾਂ ਨੂੰ ਜ਼ਰੂਰ ਹਾਂ ਉਹੀ ਕਹਾ ਦੇਣ, ਉਹ ਤਾਂ ਤੁਸੀਂ ਬੱਦੋਵਾਲ ਪਿੰਡ 'ਚੋਂ ਜਾ ਕੇ ਪੁੱਛੋ, ਜਿਸ ਪਿੰਡ 'ਚ ਕਾਲਜ ਆ ਨਾ। ਹੁਣ ਤੁਸੀਂ ਮੇਰੇ ਬਾਰੇ ਪੁੱਛਣਾ, ਮੇਰੇ ਪਿੰਡ ਜਾ ਕੇ ਪੁੱਛੋ, ਜਿਹੜੀਆਂ ਗੱਲਾਂ ਮੈਂ ਕਹੀਆਂ ਉਹਨਾਂ ਨੂੰ ਮੇਰੀਆਂ ਸਾਰਾ ਕੁਝ ਦੱਸਣਗੇ, ਤੁਹਾਨੂੰ 7 ਪੁਸ਼ਤਾਂ ਦਾ ਵੀ ਦੱਸਣਗੇ ਸਾਡੇ ਪਿੰਡ ਦੇ ਲੋਕ, ਕਿਉਂਕਿ ਜਿੱਥੇ ਅਸੀਂ ਪੁਸ਼ਤਾਂ ਤੋਂ ਰਹਿ ਰਹੇ ਹਾਂ ਨਾ। ਤੁਸੀਂ ਮੰਨੋਗੇ ਐਡੀ ਪਰਮਾਤਮਾ ਦੀ ਕਿਰਪਾ ਕਿ ਸਾਡੇ ਪਿੰਡ ਦਾ ਐਡਾ ਕੁ ਭਾਈਚਾਰਾ ਵਾ ਸਾਡਾ, ਵੀ ਅਸੀਂ ਕੋਈ ਵੀ ਇਹੋ ਜਿਹਾ ਘਰ ਨਹੀਂ ਜਿਹਨਾਂ ਸਾਡੇ ਨਾਲ ਸਹਿਮਤੀ ਨਹੀਂ ਹੈਗੀ, ਹਰ ਤਰ੍ਹਾਂ ਦੀ ਸਹਿਮਤੀ, ਵੀ ਅਸੀਂ ਇੱਕ ਹਾਂ, ਬਿਲਕੁਲ ਟੋਟਲ ਪਿੰਡ ਇੱਕ ਹਾਂ। ਸਾਡੇ 7000 ਵੋਟ ਆ ਪਿੰਡ ਦੇ ਵਿੱਚ, 2 ਪੰਚਾਇਤਾਂ ਨੇ, ਸ਼ਹਿਰ ਦਾ ਪਾਰਟ ਵੀ ਬਣ ਗਿਆ। ਜਿਹੜਾ ਪੁਰਾਣਾ ਪਿੰਡ ਆ ਸਾਡਾ, ਜਿੰਨੇ ਵੀ ਉੱਥੇ ਜ਼ਿਮੀਂਦਾਰ ਪਰਿਵਾਰ ਨੇ, 80 ਪਰਿਵਾਰ ਨੇ, ਹੋਰ ਕਿਸੇ ਭਾਈਚਾਰੇ ਨਾਲ ਤਕਰੀਬਨ ਅਸੀਂ ਸਾਰੇ ਇੱਕਜੁੱਟ ਹਾਂ। ਸਾਡੇ ਇਲੈਕਸ਼ਨ ਨਹੀਂ ਹੁੰਦੀ ਪੰਚਾਇਤ ਦੀ 20 ਸਾਲਾਂ ਤੋਂ, ਮੰਨ ਸਕਦੇ ਹੋ? ਅਸੀਂ ਬੈਠ ਕੇ ਫੈਸਲਾ ਕਰ ਲੈਂਦੇ ਹਾਂ। ਕਾਂਗਰਸ ਦੀ ਸਰਕਾਰ 'ਚ ਹੁਣ ਚੋਣ ਹੋਈ ਆ, ਅਸੀਂ ਬਹਿ ਕੇ ਸਾਰਾ 18 ਪੰਚ ਤੇ 2 ਸਰਪੰਚ ਚੁਣੇ ਨੇ, ਤੇ ਉਹ ਬਹਿ ਕੇ ਫੈਸਲਾ ਕਰ ਲਿਆ। ਦਾਖੇ ਦੇ ਮੁੱਦੇ ਕੀ ਨੇ? ਮੁੱਦੇ ਤਾਂ ਦੇਖੋ, ਡਿਵੈਲਪਮੈਂਟ ਤਾਂ ਹਮੇਸ਼ਾ ਮੁੱਦਾ ਰਹਿਣਾ ਹੀ ਰਹਿਣਾ, ਇਹ ਕਦੇ ਖਤਮ ਨਹੀਂ ਹੋਣੀ। ਰੋਡਸ ਪਹਿਲਾਂ ਕੱਚੀਆਂ ਸੀ, ਫਿਰ ਸਿੰਗਲ ਸੜਕਾਂ ਬਣੀਆਂ, ਫਿਰ ਹੁਣ ਡਬਲ ਹੋ ਰਹੀਆਂ ਨੇ, ਹੁਣ ਸਾਰੀਆਂ ਡਬਲ ਕਰਨੀਆਂ ਨੇ, ਅਸੀਂ ਵੀ ਬਹੁਤ ਕਰੀਆਂ ਨੇ, ਹਰ ਸਰਕਾਰ ਨੇ ਕਰਨੀ ਜ਼ਿੰਮੇਵਾਰੀ ਆ। ਪਹਿਲਾਂ ਪੀਣ ਵਾਲਾ ਪਾਣੀ ਨਹੀਂ ਸੀ, ਉਹ ਸਾਰਾ ਮੁਹੱਈਆ ਕਰਾਇਆ, ਨਿਕਾਸੀ ਦੇ ਪ੍ਰਬੰਧ ਨਹੀਂ ਸੀਗੇ, ਉਹ ਕੀਤੇ ਗਏ। ਫਿਰ ਆ ਜਿਹੜੇ ਸਪੋਰਟਸ ਪਾਰਕ ਬਣੇ ਆ, ਇਹ ਕੋਈ ਡਿਮਾਂਡ ਥੋੜ੍ਹੀ ਸੀ ਲੋਕਾਂ ਦੀ, ਸਮੇਂ ਤੋਂ 20 ਸਾਲ ਪਹਿਲਾਂ ਅਸੀਂ ਪ੍ਰੋਵਾਈਡ ਕਰਾਇਆ ਪ੍ਰੋਜੈਕਟ, ਤੇ ਅੱਜ ਦੂਜੇ ਹਲਕੇ, ਦੂਜੇ ਸਟੇਟਾਂ ਉਹਨੂੰ ਫੋਲੋ ਕਰ ਰਹੀਆਂ ਨੇ। ਸੋ ਮੇਨ ਜਿਹੜੇ ਮੁੱਦੇ ਹੈਗੇ ਨੇ, ਜਿਸ ਤਰ੍ਹਾਂ ਐਜੂਕੇਸ਼ਨ, ਜਿਹੜੀ ਸਰਕਾਰੀ ਐਜੂਕੇਸ਼ਨ ਹੈਗੀ ਆ ਉਹਦੀ ਬਹੁਤ ਮਾੜੀ ਹਾਲਤ ਆ, ਸਕੂਲਾਂ ਦੀ, ਹੈਲਥ, ਸਪੋਰਟਸ ਲਈ ਅਸੀਂ ਬੜਾ ਕੁਝ ਕਰਨਾ ਚਾਹੁੰਦੇ ਹਾਂ। ਸਭ ਤੋਂ ਵੱਡਾ ਮੁੱਦਾ ਹੈ ਬੇਰੁਜ਼ਗਾਰੀ, ਕਿ ਅਸੀਂ ਜਿਹੜੇ ਸਾਡੇ ਕੰਮ ਦਾ ਮੁੱਲ ਨਹੀਂ, ਨੌਜਵਾਨ ਪੜ੍ਹੇ ਲਿਖੇ ਮੁੰਡੇ ਕੁੜੀਆਂ ਜਿਹੜੇ, ਉਹਨਾਂ ਨੂੰ ਰੁਜ਼ਗਾਰ ਹੀ ਨਹੀਂ ਮਿਲ ਰਿਹਾ, ਉਹਨਾਂ ਨੂੰ ਕੰਮ ਦਾ ਮੁੱਲ ਹੀ ਨਹੀਂ ਮਿਲ ਰਿਹਾ। 10,000 ਰੁਪਈਆ ਮਿਲੂਗਾ ਜੇ ਇੱਥੋਂ ਲੁਧਿਆਣੇ ਕੰਮ ਕਰਨ ਜਾਣਾ, ਆਪਾਂ ਇੱਥੇ ਬੈਠੇ ਹਾਂ ਘੁੰਗਰਾਣੇ ਪਿੰਡ ਦੇ ਵਿੱਚ, ਤਾਂ ਮੇਰਾ ਖਿਆਲ ਹੈ ਇੱਥੋਂ 5-6 ਹਜ਼ਾਰ ਤਾਂ ਤੇਲ ਲੱਗ ਜਾਣਾ ਵਾ। ਸੋ ਇਸੇ ਕਰਕੇ ਜਿਹੜਾ ਬਾਹਰ ਸਾਡੇ ਨੌਜਵਾਨ ਜਾ ਰਹੇ ਨੇ, ਉਹਨਾਂ ਨੂੰ ਮਜਬੂਰੀ ਬਸ ਨਾ ਬਾਹਰ ਜਾਣਾ ਪਵੇ। ਸੋ ਇਹਦੇ ਲਈ ਸਰਕਾਰਾਂ ਨੂੰ, ਲੇਕਿਨ ਮੈਂ ਇਹਦੇ 'ਤੇ ਜ਼ਰੂਰ ਕੰਮ ਕਰ ਰਿਹਾ ਵਾ ਵੀ ਕੁਛ ਵੱਖਰਾ ਕਰੀਏ। 2 ਮੁੱਦੇ ਹੋਰ ਨੇ ਆਲੀ ਸਾਹਿਬ, ਨਸ਼ੇ ਨੂੰ ਲੈ ਕੇ, ਤੇ ਦੂਜੇ ਜਿਹੜੀ ਗੱਲ ਤੁਸੀਂ ਕਹੀ ਕਿ ਜਿਹੜੇ ਬੱਚੇ ਬਾਹਰ ਜਾ ਰਹੇ ਆ। ਇੱਥੋਂ ਦੇ ਬਜ਼ੁਰਗਾਂ ਨਾਲ ਗੱਲਬਾਤ ਜਦੋਂ ਕਰ ਰਿਹਾ ਸੀਗਾ, ਉਹ ਕਹਿੰਦੇ ਕਿ ਯਾਰ ਬੱਚਿਆਂ ਨੂੰ ਪੜ੍ਹਾ ਕੇ ਕਰੀਏ ਕੀ, ਜਾਂ ਤੇ ਉਹਨਾਂ ਨੇ ਬਾਹਰ ਹੀ ਚਲੇ ਜਾਣਾ। 2 ਮੁੱਦੇ ਹੋਰ ਬੜੇ ਇੰਪੋਰਟੈਂਟ ਨੇ, ਇੱਕ ਨਸ਼ਾ ਤੇ ਦੂਜਾ ਇਹ ਬਾਹਰ ਜਿਹੜਾ ਕਹਿੰਦੇ ਆਪਾਂ ਬ੍ਰੇਨ ਡਰੇਨ ਕਹਿੰਦੇ ਆ। ਦੇਖੋ, ਨਸ਼ੇ ਦਾ ਮੁੱਦਾ ਹੈਗਾ ਤੇ ਹਮੇਸ਼ਾ ਇਹ ਕਾਫੀ ਪਹਿਲਾਂ, ਜਿਵੇਂ ਡੋਡੇ ਹੁੰਦੇ ਸੀ, ਫੀਮ ਹੁੰਦੀ ਸੀਗੀ, ਉਹ ਨਸ਼ੇ ਚੱਲਦੇ ਸੀ, ਸ਼ਰਾਬ ਦਾ ਚੱਲਦਾ ਸੀ, ਜਿਹੜਾ ਸਿੰਥੈਟਿਕ ਆ ਬਾਅਦ ਦੇ ਵਿੱਚ ਸਿੰਥੈਟਿਕ ਡਰੱਗ ਆ ਗਈ ਜਿਹੜੀ, ਇਹ ਇਕੱਲਾ ਇਹ ਪੰਜਾਬ ਦਾ ਨਹੀਂ ਹੈਗਾ, ਸਾਰੇ ਦੇਸ਼ ਦਾ ਮੁੱਦਾ ਵਾ, ਸਾਰੀ ਦੁਨੀਆ ਦਾ। ਦੁਨੀਆ ਦੀ ਬੈਸਟ ਪਲੇਸ ਹੈਗੀ ਰਹਿਣ ਲਈ ਵੈਨਕੂਵਰ। ਹਰ ਸਾਲ ਇੱਕ ਸਰਵੇ ਹੁੰਦਾ ਵਾ, ਉੱਥੋਂ ਦਾ ਕ੍ਰਾਈਮ, ਉੱਥੋਂ ਦਾ ਵੈਦਰ, ਉੱਥੋਂ ਦੀ ਡਿਵੈਲਪਮੈਂਟ, ਉੱਥੋਂ ਦੀਆਂ ਸਾਰੀਆਂ ਫੈਸਿਲਿਟੀਜ਼ ਦੇਖ ਕੇ ਉਹ ਇੱਕ ਨਾ ਸ਼ਹਿਰ ਨੂੰ ਡਿਕਲੇਅਰ ਕਰਦੇ ਆ ਵੀ ਬੈਸਟ ਪਲੇਸ ਕਿਹੜੀ ਆ ਰਹਿਣ ਦੇ ਲਈ ਵਰਲਡ ਦੇ ਵਿੱਚੋਂ, ਉਹ ਵੈਨਕੂਵਰ ਆਉਂਦਾ। ਤੁਸੀਂ ਚੈੱਕ ਕਰਿਓ, ਵੈਨਕੂਵਰ ਦੇ ਵਿੱਚ ਪਿਛਲੇ 1 ਸਾਲ 'ਚ ਕਿੰਨੇ, 2-3 ਸਾਲਾਂ 'ਚ ਕਿੰਨੇ ਕੁ ਓਵਰਡੋਜ਼ ਨਾਲ ਲੋਕ ਮਰੇ ਨੇ ਨਾ। ਉਹ ਮੁਲਕ ਅਮਰੀਕਾ ਵਰਗੇ ਵੀ ਤੇ ਕੰਟਰੋਲ ਨਹੀਂ ਕਰ ਸਕੇ। ਸਾਡੇ ਕੀ ਇਸ ਮੁੱਦੇ ਨੂੰ ਸਿਆਸੀ ਮੁੱਦਾ ਬਣਾ ਦਿੱਤਾ ਗਿਆ ਜ਼ਿਆਦਾਤਰ,
ਰਲ ਕੇ ਇਹ 'ਤੇ ਲੜਾਈ ਲੜਨ ਦੀ ਲੋੜ ਸੀਗੀ, ਇੱਕ ਦੂਜੇ ਦੇ ਚੱਕਰ ਸਿੱਟਣ ਦੀ ਬਜਾਏ ਕਿ ਅਸੀਂ ਜੁਆਇੰਟਲੀ ਇੱਥੇ ਐਫਰਟਸ ਕਰਦੇ ਤੇ ਇਹਨੂੰ ਰੋਕਦੇ ਅਸੀਂ। ਉਹ ਜੀ ਇਹ ਫਲਾਨਾ ਕਰਦਾ, ਇਹ ਧਮਕੜਾ ਕਰਦਾ, ਆਹੀ ਗੱਲ ਹੀ ਚੱਲੀ ਗਈ ਆ। ਕੋਈ ਵੀ ਪੋਲੀਟੀਕਲ ਬੰਦਾ ਜਿਹੜਾ, ਮੈਂ ਪੋਲੀਟਿਕਸ ਦੇ ਵਿੱਚ ਆ, ਅਸੀਂ ਕਾਹਦੇ ਲਈ ਆ ਪੋਲੀਟਿਕਸ ਦੇ ਵਿੱਚ? ਸਾਡੇ ਕੋਲ ਕੋਈ ਕਮੀ ਆ? ਅਸੀਂ ਇੱਕ ਸਿਰਫ ਸਾਡਾ ਮਾਣ ਇੱਜ਼ਤ ਹੋਵੇ ਲੋਕਾਂ ਦੇ ਵਿੱਚ ਤੇ ਸਾਡੇ ਪਰਿਵਾਰ ਦਾ ਨਾਮ ਹੋਵੇ। ਕੋਈ ਬੰਦਾ ਸੋਚ ਸਕਦਾ ਵੀ ਕੋਈ ਇਦਾਂ ਦਾ ਕੰਮ ਕਰਨ ਲਈ ਕਦੇ ਕੋਈ ਪੋਲੀਟਿਕਸ ਦੇ ਵਿੱਚ ਆ ਸਕਦਾ ਵਾ? ਪਰ ਹੁਣ ਕਿਸੇ ਦਾ ਮੂੰਹ ਥੋੜ੍ਹੀ ਫੜ ਲੈਣਾ, ਜੇ ਅਸੀਂ ਪਾਵਰ 'ਚ ਆ ਤਾਂ ਕਹਿ ਦਿਓ ਜੀ ਇਹੀ ਕਰਦੇ ਆ, ਮੈਂ ਅੱਜ ਕਹੀ ਜਾਂਦਾ ਉਹ ਕਰਦੇ ਆ। ਕਿਤੇ ਨਾ ਕਿਤੇ ਮੈਂ ਕਹਿੰਦਾ ਵੀ ਕਹਿ ਦਿਓ, ਕਿਤੇ ਨਾ ਕਿਤੇ ਕੋਈ ਕਾਰਨ ਹੋ ਜਾਵੇ ਵੀ ਯਾਰ ਇਹਨਾਂ ਦੇ ਨੇੜੇ ਆ ਬੰਦਾ ਆਹ ਕਰਦਾ, ਵੀ ਇਹਨਾਂ ਦੇ ਨੇੜੇ ਆ ਇਹ, ਉਹ ਵੀ ਹੈ ਨਹੀਂ। ਠੀਕ ਨਹੀਂ ਗੱਲ? ਤੁਸੀਂ ਕਦੀ ਫੜਾਏ ਜਿਹੜਾ ਤਸਕਰ ਜੇ ਜੋ ਕੰਮ ਕਰਦੇ? ਦੇਖੋ ਬਿਲਕੁਲ, ਅਸੀਂ ਜਿਹੜੇ ਇੱਥੇ ਐਸਐਸਪੀ ਲੱਗੇ ਰਹੇ ਆ, ਹਰ ਬੜੀ ਮਤਲਬ ਲੜਾਈ ਲੜੀ, ਉਸ ਲੜਾਈ ਕਰਕੇ ਹੀ ਮੇਰਾ ਜ਼ਿਆਦਾ ਨੁਕਸਾਨ ਵੀ ਹੋਇਆ। ਅਸੀਂ ਤਾਂ ਪਿੰਡਾਂ ਦੇ ਵਿੱਚ ਨੁਕਸਾਨ ਕਿਵੇਂ ਹੋਇਆ? ਬੋਰਡ ਲਾ ਤੇ ਅਸੀਂ ਜਿੰਨਾ ਅਸੀਂ ਵੱਧ ਉਸ ਚੀਜ਼ ਨੂੰ ਬੋਰਡ ਲਾਏ ਪਿੰਡਾਂ ਦੇ ਵਿੱਚ ਨਾ, ਹੈਲਪਲਾਈਨ ਨੰਬਰ ਦੇ ਦਿੱਤੇ ਵੀ ਸਾਨੂੰ ਦੱਸੋ ਜਿਹੜਾ ਇੱਥੇ ਅਸੀਂ ਉਹਨੂੰ ਫੜਾਵਾਂਗੇ ਕਰਾਂਗੇ ਨਾ। ਉਹਦੇ ਵਿੱਚ ਫਿਰ ਜਿਹੜੇ ਕਰਨ ਵਾਲੇ ਆ ਉਹਨਾਂ 'ਚ ਬੜਾ ਇੱਕ ਨੈਕਸਸ ਮੈਨ ਲੱਗਿਆ ਸੀ ਵੀ ਉਹਨਾਂ ਨੇ ਹੋਰ ਰੌਲਾ ਪਾਇਆ, ਸਾਨੂੰ ਬਦਨਾਮ ਕਰਨ ਲੱਗ ਗਏ ਨਾ ਬਈ ਕਈ ਢੰਗਾਂ ਨਾਲ। ਫਿਰ ਬੜਾ ਹੀ ਯਾਰ ਕਿਹੜੇ ਚੱਕਰਾਂ 'ਚ ਪੈ ਗਏ ਨਾ। ਫਿਰ ਮੈਂ ਲਾਈਨ ਛੱਡ ਕੇ ਫਿਰ ਮੈਂ ਸਪੋਰਟਸ ਪਾਰਕ ਵੱਲ ਨੂੰ ਹੋਇਆ ਵੀ ਇੱਕ ਪਲੇਟਫਾਰਮ ਇੱਦਾਂ ਦਿਓ ਵੀ ਯੂਥ ਨੂੰ ਖੇਡਾਂ ਨਾਲ ਜੋੜੀਏ, ਵੀ ਆਪਾਂ ਇਹਨਾਂ ਨੂੰ ਫੜਨਾ ਫੜਾਉਣਾ ਪਤਾ ਨਹੀਂ ਕਿੱਦਾਂ ਦਾ ਨੈਕਸਸ ਹੈਗਾ। ਸਰ ਤੁਹਾਨੂੰ ਨਹੀਂ ਲੱਗਦਾ, ਤੁਸੀਂ ਕਿਹਾ ਕਿ ਮੈਂ ਇਸ ਪਾਸੇ ਹੋ ਗਿਆ, ਜਿਨ੍ਹਾਂ ਤੇ ਕਾਰਵਾਈ ਹੋਣੀ ਚਾਹੀਦੀ ਸੀ ਉਹ ਕਿਤੇ ਬਖਸ਼ੇ ਤਾਂ ਨਹੀਂ? ਹੁੰਦੀ ਰਹੀ ਆ। ਨਹੀਂ ਅਸੀਂ ਆਪ ਅੱਗੇ ਲਾ ਕੇ ਕਾਰਵਾਈਆਂ ਕਰਾਉਣ ਲੱਗ ਗਏ ਨਾ। ਉਹਦੇ ਚ ਅਗਲਾ ਕਹਿੰਦਾ ਪਤਾ ਨਹੀਂ, ਉਹ ਕਹਿੰਦੇ ਜੀ ਇਹ ਵਿੱਚ ਜਿਹੜੇ ਦੂਸਰੇ ਨਸ਼ੇ ਵਾਲੇ ਪੋਲੀਟੀਕਲੀ ਓਰੀਐਂਟਡ ਨਾ ਹੋਏ, ਉਹਨੂੰ ਬਹੁਤ ਕੁਝ ਹੋਇਆ ਜੀ, ਬੜੀਆਂ ਸਾਜ਼ਿਸ਼ਾਂ ਰਚਣ ਲੱਗ ਗਏ ਨਾ। ਉਹ ਇਹੀ ਚੀਜ਼ ਤੋਂ ਤੁਸੀਂ ਜਿੰਨਾ ਦੂਰ ਰਹੋ ਨਾ ਫਾਇਦਾ ਰਹਿੰਦਾ ਵਾ। ਫਿਰ ਮੁੜ ਕੇ ਅਸੀਂ ਉਹਦੇ ਤੋਂ ਜਿਹੜੇ ਵਿੱਚ ਨਾ ਇਨਵੋਲਵ ਬੰਦੇ ਨੇ, ਕਿਤੇ ਨਾ ਕਿਤੇ ਆਫਿਸਰ ਵੀ ਇਨਵੋਲਵ ਹੁੰਦੇ, ਚਾਹੇ ਛੋਟੇ ਲੈਵਲ ਦੇ ਹੋਣ, ਹੈ ਨਾ। ਜਦੋਂ ਉਹਨੂੰ ਲੱਗਦਾ ਵੀ ਸਾਡੇ ਕੰਮ ਨੂੰ ਬ੍ਰੇਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹ, ਹੈ ਨਾ, ਫਿਰ ਉਹੀ ਅਫਵਾਹਾਂ ਬੜੀਆਂ ਉਡਾਉਣ ਲੱਗ ਜਾਂਦੇ ਨੇ। ਸੋ ਫਿਰ ਅਸੀਂ ਇਹਨੂੰ ਦੇਖਿਆ ਵੀ ਇਹ ਇੱਕ ਤੁਸੀਂ ਆਫਿਸਰ ਜਿਹੜਾ ਡਿਸਟ੍ਰਿਕਟ ਦਾ ਹੈੱਡ ਆ, ਉਹਦੀ ਰਿਸਪੌਂਸਿਬਿਲਿਟੀ ਫਿਕਸ ਕੀਤੀ ਜਾਵੇ ਵੀ ਉਹਦੀ ਰਿਸਪੌਂਸਿਬਿਲਿਟੀ ਹੋਣੀ ਚਾਹੀਦੀ ਹੈ ਵੀ ਜੇ ਕਿਤੇ ਵੀ ਕੋਈ ਨਸ਼ਾ ਵਿਕਦਾ ਉਹ ਰਿਸਪੌਂਸੀਬਲ ਹੋਵੇ। ਉਹ ਜੇ ਉਹਦੇ ਵਿੱਚ ਕੋਈ ਪੋਲੀਟੀਕਲ ਇੰਟਰਫੇਰੈਂਸ ਹੈਗੀ ਆ ਤਾਂ ਉਹ ਨੰਗਾ ਕਰੇ ਵੀ ਆਹ ਲੀਡਰ ਸਾਨੂੰ ਇੱਥੇ ਇੰਟਰਫੇਰੈਂਸ ਕਰ ਰਿਹਾ ਤੇ ਤਾਂ ਕਰਕੇ ਮੈਂ ਰੋਕ ਨਹੀਂ ਸਕਦਾ। ਕੀ ਫਰਕ ਆ ਉਹਨਾਂ ਨੂੰ? ਕੀ ਫਰਕ ਪੈਂਦਾ ਵਾ? ਖੁੱਲ੍ਹ ਕੇ ਕਰਨ। ਪਰ ਇਹ ਸਾਡੇ ਇਕਰਾਰਨਾਮੇ ਮੈਨੀਫੈਸਟੋਸ ਜਿਹੜੇ ਹੁੰਦੇ ਆ ਨਾ, ਡਿਊਟੀ ਤਾਂ ਪੁਲਿਸ ਆਫਿਸਰ ਦੀ ਆ ਨਾ ਇਹਨੂੰ ਰੋਕਣਾ, ਜ਼ਿਲ੍ਹੇ ਦੇ ਮੁਖੀ ਦੀ ਆ ਨਾ। ਜੇ ਉਹਦੇ 'ਚ ਕੋਈ ਇੰਟਰਫੇਰੈਂਸ ਕਰਦਾ ਉਹ ਜਦੀ ਕਹੇ ਵੀ ਆਹ ਜੀ ਆਹ ਲੀਡਰ ਇੰਟਰਫੇਰੈਂਸ ਕਰਦਾ, ਇਹਦੇ ਬੰਦੇ ਵਿੱਚ ਇਨਵੋਲਵ ਨੇ, ਕੀ ਫਰਕ ਪੈਂਦਾ ਵਾ? ਖੁੱਲ੍ਹ ਕੇ ਸਾਹਮਣੇ ਪੇਸ਼ ਕਰ ਦੇਣ, ਬਦਲੀ ਹੋ ਜਾਵੇ। ਉਹਨਾਂ ਦੀ ਵੀ ਰਿਸਪੌਂਸਿਬਿਲਿਟੀ ਆ ਚੀਜ਼ ਨੂੰ ਰੋਕਣਾ, ਸਾਡੀ ਸਾਰਿਆਂ ਦੀ ਰਿਸਪੌਂਸਿਬਿਲਿਟੀ ਆ। ਇਹਨਾਂ ਮੁੱਦਿਆਂ ਤੇ ਮੈਂ ਦੱਸਣਾ ਵੀ ਰਾਜਨੀਤੀ ਨੂੰ ਹਟ ਕੇ ਸਾਨੂੰ ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦਾ ਤੇ ਬਿਲਕੁਲ ਇਹਨਾਂ ਦਾ ਜਿਹੜਾ ਇਹ ਸਫਾਇਆ ਹੋਣਾ ਚਾਹੀਦਾ ਆਉਣ ਵਾਲੇ ਸਮੇਂ ਦੇ ਵਿੱਚ। ਤੇ ਅਸੀਂ ਹੋਰ ਵੀ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ 'ਚ ਬਿਲਕੁਲ ਵੀ ਇਹ ਜਿਹੜਾ ਨਸ਼ਾ ਹੈਗਾ, ਜਿਹੜਾ ਖਾਸ ਤੌਰ 'ਤੇ ਸਿੰਥੈਟਿਕ ਡਰੱਗ ਹੈਗੀ ਹੈ। ਤੁਸੀਂ ਵੈਨਕੂਵਰ ਚਲੇ ਗਏ, 7 ਸਮੁੰਦਰ ਪਾਰ ਚਲੇ ਗਏ, ਤਰੁਣ ਚੁਗ ਭਾਜਪਾ ਤੋਂ, ਉਹ ਕਹਿੰਦੇ ਕਿ ਹਰਿਆਣੇ ਵਰਗੇ ਸੂਬੇ ਦੇ ਉੱਤੇ ਫਿਲਮਾਂ ਬਣਦੀਆਂ, ਸੁਲਤਾਨ, ਕਬੱਡੀ ਨੂੰ ਲੈ ਕੇ ਫਿਲਮਾਂ ਬਣਦੀਆਂ, ਕਹਿੰਦੇ ਪੰਜਾਬ ਦੇ ਉੱਤੇ ਜਦੋਂ ਫਿਲਮ ਬਣਦੀ ਉਹ ਬਣਦੀ ਉੜਦਾ ਪੰਜਾਬ ਹੈ। ਦੇਖੋ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਇੱਕ ਸਰਵੇ ਹੋਇਆ ਸੀਗਾ, ਸ਼ਾਇਦ ਕਿਹੜੇ ਏਜੰਸੀ ਨੇ ਕੀਤਾ ਸੀ, ਉਹਦੇ 'ਚ ਸਰਵੇ 'ਚ ਕੀ ਸੀਗਾ ਵੀ ਪੰਜਾਬ ਦੇ ਲੋਕ 1% ਨਸ਼ਾ ਕਰਦੇ ਨੇ, ਉਹਦੇ 'ਚੋਂ 70% ਯੂਥ ਹੈ। 1% 'ਚੋਂ 70 ਪੈਸੇ, ਮਤਲਬ 70 ਪੈਸੇ ਵੀ ਜੇ ਆਪਾਂ ਲਾ ਲਓ ਵੀ 1% 'ਚੋਂ 70 ਪੈਸੇ ਮਤਲਬ ਬਈ ਜਿਹੜੇ 20 ਤੋਂ ਲੈ ਕੇ 25 ਤੋਂ 45 ਸਾਲ ਤੱਕ ਅੰਡਰਸਟੂਡ ਹੀ ਆ, ਉਹਨੂੰ 100 ਚੋਂ 70% ਬਣਾ ਦਿੱਤਾ ਗਿਆ। ਉੱਥੋਂ ਬਦਨਾਮ ਕੀਤਾ। ਇਹ ਰਾਹੁਲ ਗਾਂਧੀ ਨੇ ਬਦਨਾਮ ਕੀਤਾ ਪੰਜਾਬ ਨੂੰ ਜਦੋਂ ਆਪਣੀ ਸਰਕਾਰ ਸੀ ਅਕਾਲੀ ਦਲ ਦੀ। ਫਿਰ 50% ਦਾ ਲੇਡੀਜ਼ ਹੀ ਆ ਗਈਆਂ। ਜੇ ਆਪਾਂ 70% ਕਹਿੰਦੇ ਆ, 50% ਲੇਡੀਜ਼ ਹੀ ਆ ਗਈਆਂ। ਤੇ ਤੁਸੀਂ ਕੋਈ ਆਪਣਾ ਸਰਵੇ ਕਰਕੇ ਦੇਖੋ, ਠੀਕ ਆ ਹੋਊ 1% ਹੈਗੀ ਆ ਪ੍ਰੋਬਲਮ, ਤੇ ਲੇਕਿਨ ਉਹਦੇ ਚੋਂ 70 ਪੈਸੇ ਯੂਥ ਆ ਤੇ ਇਹਨਾਂ ਨੇ 100 ਚੋਂ 70%। ਰਾਹੁਲ ਗਾਂਧੀ ਲਈ ਕਹਿੰਦੇ ਇੱਕੋ ਇੱਕ ਫੋਰਸ ਹੈਗੀ ਹੈ ਜੋ ਮੋਦੀ ਵੇਵ ਦੇ ਖਿਲਾਫ ਲੜਦੀ ਪਈ ਹੈ। ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਵੀ ਪ੍ਰਚਲਿਤ ਹੈ। ਇਹ ਤਾਂ ਕਿਉਂਕਿ ਤੁਸੀਂ ਲੋਕ ਸਭਾ ਦੀ ਰੀਸੈਂਟ ਸੁਣੀ ਵੀ ਹੋਏਗੀ ਉਹਨਾਂ ਦੀ ਸਪੀਚ। ਹੀ ਕੋਈ ਨਹੀਂ ਹੈਗੀ ਜਿਹੜੀ ਉਹਨਾਂ ਖਿਲਾਫ ਲੜ ਰਹੀ ਆ। ਉਹ ਤਾਂ ਇੰਨਾ ਕੁ ਤਾਂ ਵੈਸੇ ਪਰਮਾਤਮਾ ਵੱਲੋਂ ਹੀ ਆ ਵੀ ਉਹਨਾਂ ਦੇ ਵਿਰੋਧ ਦੇ ਵਿੱਚ ਹੀ ਕੋਈ ਮੁੱਦੇ ਉਹ ਆਪ ਹੀ ਖੜੇ ਕਰ ਲੈਂਦੇ ਨੇ। ਜਿਵੇਂ ਕਿਸਾਨਾਂ ਦਾ ਮੁੱਦਾ ਖੜਾ ਕੀਤਾ, ਉਹਨਾਂ ਨੇ ਗਲਤ ਫੈਸਲਾ ਲਿਆ, ਉਹਦੇ ਵਿੱਚ ਇਹਨਾਂ ਨੂੰ ਥੋੜਾ ਮੋਟਾ ਇੱਕ ਪਲੇਟਫਾਰਮ ਮਿਲ ਗਿਆ, ਉਹ ਆਪ ਦੇ ਰਹੇ ਪਲੇਟਫਾਰਮ ਇਹਨਾਂ ਨੂੰ ਗਲਤੀਆਂ ਕਰਕੇ। ਸੋ ਜੇ ਉਹ ਬਿਲਕੁਲ ਫੇਅਰ ਚੱਲਣ ਤਾਂ ਇਹ ਕਾਂਗਰਸ ਤਾਂ ਖਤਮ ਹੀ ਹੈ ਦੇਸ਼ ਦੇ ਵਿੱਚੋਂ। ਪਰ ਉਹ ਡਿਕਟੇਟਰਸ਼ਿਪ ਜਦੋਂ ਕਰਦੇ ਆ, ਕਿਸੇ ਨੂੰ ਇੱਕ ਘੱਟ ਗਿਣਤੀ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਨੇ, ਸੋ ਉਦੋਂ ਤਾਂ ਇੱਕ ਪਲੇਟਫਾਰਮ ਮਿਲਣਾ ਹੀ ਆ ਨਾ, ਵਿਰੋਧੀ ਧਿਰ ਨੂੰ ਕਿਸੇ ਨਾ ਕਿਸੇ ਨੂੰ ਮਿਲਣਾ ਹੀ ਆ। ਸੋ ਇਸ ਲਈ ਉਹਦਾ ਕੋਈ ਮੈਨੂੰ ਨਹੀਂ ਲੱਗਦਾ ਕੋਈ ਵਿਜ਼ਨ ਹੈਗਾ ਜਾਂ ਲੋਕ ਉਹਦੇ ਪਿੱਛੇ ਲੱਗ ਸਕਦੇ ਆ। ਕਾਂਗਰਸ ਖਤਮ ਹੋਊਗੀ ਸਾਰੇ ਕਿਤੇ। ਆਖਰੀ ਸਵਾਲ, ਇਸ ਵਾਰ ਮਨਪ੍ਰੀਤ ਇਆਲੀ ਆਪਣੀ ਜਿੱਤ ਕਿਵੇਂ ਦਰਜ ਕਰਵਾਉਣਗੇ? ਆਪਣੇ ਕਿਰਦਾਰ ਕਰਕੇ,
ਆਪਣੇ ਕੰਮਾਂ ਕਰਕੇ ਕਿ ਜਾਂ ਫਿਰ ਜਿਸ ਤਰੀਕੇ ਨਾਲ ਲੋਕ ਕਹਿੰਦੇ ਪਏ ਕਿ ਝਾੜੂ ਦੀ ਵੇਵ ਹੈ, ਝਾੜੂ ਫਿਰੇਗਾ ਦਾਖੇ 'ਚ ਵੀ? ਦੇਖੋ ਝਾੜੂ ਵਾਲਿਆਂ ਨੇ ਅੱਗੇ ਦੇਖ ਹੀ ਲਿਆ ਸਾਰਾ, ਉਹਨੂੰ ਵੋਟਾਂ ਪਾ ਕੇ ਦੇਖ ਲਈਆਂ। ਇਹ ਭੁਲੇਖਾ ਹੀ ਹੁੰਦਾ, ਉਦੋਂ ਵੀ ਝਾੜੂ ਤਾਂ ਉਦੋਂ ਵੀ ਨਹੀਂ ਫਿਰ ਸਕਦਾ ਸੀਗਾ, ਉਦੋਂ ਕਾਂਗਰਸ ਹੀ ਮਰ ਗਈ, ਉਦੋਂ ਕਾਂਗਰਸ ਇੰਨੀ ਵੀਕ ਹੋ ਗਈ ਤੇ ਕਾਂਗਰਸ ਦੀ ਵੋਟ ਟ੍ਰਾਂਸਫਰ ਹੋ ਗਈ। ਤੇ ਅੱਜ ਤਾਂ ਕਾਂਗਰਸ ਤੋਂ ਠੀਕ ਆ, ਇਹ ਆਪਦੀ ਲੜਾਈ ਲੜ ਰਹੀ ਆ ਤੇ ਅਸੀਂ ਬਹੁਤ ਜ਼ਿਆਦਾ ਸਟਰੋਂਗ ਹੈਗੇ ਆ ਹਲਕੇ ਦੇ ਵਿੱਚ, ਲੋਕ ਸਾਡੇ ਨਾਲ ਨੇ ਤੇ ਇਹਨਾਂ ਨੂੰ ਕੁਝ ਨਹੀਂ ਮਿਲਣਾ ਹੈਗਾ ਇੱਥੇ। ਤੇ ਕਾਂਗਰਸ ਤਾਂ ਇੱਥੇ ਵੈਸੇ ਨਹੀਂ ਜਿੱਤ ਸਕਦੀ। ਕਾਂਗਰਸ ਨੂੰ ਇੱਕੋ ਹੀ ਮੌਕਾ ਸੀਗਾ ਬਾਈ ਇਲੈਕਸ਼ਨ ਜਿੱਤਣ ਦਾ, ਬਸ ਆਖਰੀ ਮੌਕਾ ਸੀ ਉਹਨਾਂ ਕੋਲ, ਪਹਿਲਾ ਤੇ ਆਖਰੀ। ਅਦਰਵਾਈਜ਼ 8 ਇਲੈਕਸ਼ਨਾਂ ਇੱਥੇ ਕਾਂਗਰਸ ਨਹੀਂ ਜਿੱਤ ਸਕੀ 2004 ਤੋਂ ਲੈ ਕੇ 4 7 12 14 14 17 19 ਫਿਰ 19 ਬਾਈ ਇਲੈਕਸ਼ਨ ਕਦੇ ਵੀ ਪਹਿਲੇ ਨੰਬਰ ਤੇ ਨਹੀਂ ਆਈ। ਤੇ ਹੁਣ ਤਾਂ ਆਉਣਾ ਹੀ ਕੀ ਆ, ਹੁਣ ਤਾਂ ਸੋਚਣ ਬਣਾ ਵੀ ਉਹ ਮੇਰਾ ਖਿਆਲ ਆ ਵੀ ਇੱਥੋਂ ਜਿੱਤ ਸਕਦੇ ਆ ਜੋ ਹਾਲਾਤ ਹੈਗੇ ਨੇ ਹਲਕੇ ਦੇ। ਸੋ ਉਹ ਤਾਂ ਆਪਣਾ ਜੇ ਕਾਂਗਰਸ ਬਿਲਕੁਲ ਹੀ, ਮੈਨੂੰ ਪਿਛਲੀ ਵਾਰ 40% ਵੋਟ ਪਈ, ਕਾਂਗਰਸ ਨੂੰ 19% ਪਈ, ਆਪ ਨੂੰ 41%, 17 ਦੀ ਗੱਲ ਕਰ ਰਿਹਾ ਮੈਂ। ਤੇ ਅੱਜ ਅਸੀਂ ਉਸ ਤੋਂ ਬਾਅਦ 50% ਵੋਟ 51% ਮੇਨਟੇਨ ਕਰੀ ਬੈਠੇ ਹਾਂ ਅਸੀਂ। 51% ਵੋਟ ਹੀ ਮੈਨੂੰ 12 ਦੇ ਵਿੱਚ ਪਈ ਸੀ, 51 ਹੀ 19 ਦੋ ਵਾਰ ਐਮਐਲਏ ਬਣਿਆ, 51% ਵੋਟ ਪਈ ਇਕੱਲੇ ਨੂੰ। ਤੇ ਉਹਦੇ ਵਿੱਚ ਫਿਰ ਜੇ ਜਿਹਨੂੰ ਆਪਦੀ ਮਰਜ਼ੀ ਪਾਈ ਜਾਣ। ਤੇ ਸਾਡਾ ਟਾਰਗੇਟ ਹੈ ਅਸੀਂ 50% ਪਲੱਸ ਵੋਟ ਲਵਾਂਗੇ, ਲੈਣੀ ਆ ਅਸੀਂ, ਬਾਕੀ ਲੋਕਾਂ ਦੇ ਪਰਮਾਤਮਾ ਦੇ ਹੱਥ ਆ। ਬਹੁਤ ਬਹੁਤ ਸ਼ੁਕਰੀਆ ਵਕਤ ਦੇਣ ਲਈ। ਥੈਂਕ ਯੂ ਵੈਰੀ ਮਚ।